ਗੁਰੂ ਸਾਹਿਬ ਜੀ। ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣ ਮੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੈ ਮੇਰਾ, ਜੇ ਤੂੰ ਤੁਠਾ ਕਿਰਪਾ ਨਿਦਾਨ, ਨਾ ਦੂਜਾ ਵੇਖਾ। ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਪਰਮ ਸਤਿਕਾਰਯੋਗ ਜਗਤ ਜਲੰਦੇ ਦੇ ਮਾਲਕ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸਰਬ ਕਲਾ ਸਮਰੱਥ ਭਗਤ ਵਤਸਲ ਕਿਰਪਾ ਨਿਧਾਨ ਗਰੀਬ ਨਿਵਾਜ ਸਤਿਗੁਰੂ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਭਨਾਂ ਉੱਪਰ ਆਪਣੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਵਰਤਾ ਕੇ ਸਾਨੂੰ ਸਭਨਾਂ ਨੂੰ ਆਪਣੀ ਪਾਕ ਪਵਿੱਤਰ ਹਜ਼ੂਰੀ ਅੰਦਰ ਗੋਦ ਅੰਦਰ ਛਠਮ ਪੀਰ ਬੈਠਾ ਗੁਰ ਭਾਰੀ ਧੰਨ 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 ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਪ੍ਰਕਾਸ਼ ਪੁਰਬ ਮੌਕੇ ਗੁਰੂ ਚਰਨਾਂ ਵਿੱਚ
जुड़ बैठन ਦਾ ਸੁਭਾਗਾ ਸਮਾਂ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਸਤਿਗੁਰੂ ਜੀ ਕਿਰਪਾ ਕਰਨ ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਆਪ ਪਰਮੇਸ਼ਰ ਸਰੂਪ ਸਿੱਖ ਸੰਗਤਾਂ ਆਪਣੇ ਹਿਰਦੇ ਵਿੱਚੋਂ ਅਸੀਸਾਂ ਬਖਸ਼ਣੀਆਂ। ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਬਖਸ਼ਿਸ਼ ਵਰਤਾ ਕੇ ਆਪਣੇ ਦਰ ਕਰ ਦੀ ਸੇਵਾ ਆਪ ਹੀ ਲੈ ਲੈਣ। ਅਸੀਸਾਂ ਬਖਸ਼ਦੇ ਹੋਏ ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਦੇ ਵਿੱਚ ਜਿਤਨੇ ਵੀ ਮਹਾਨ ਮਨੁੱਖ ਪੈਦਾ ਹੋਏ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਗੱਲ ਹਰ ਪੱਖ ਤੋਂ, ਹਰ ਪੱਧਰ ਤੋਂ, ਹਰ ਇੱਕ ਉਸ ਪੁਰਖ ਦੇ ਜੀਵਨ ਵਿੱਚ ਵੇਖਣ ਨੂੰ ਮਿਲੀ ਕਿ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਔਂਕੜਾਂ ਦਾ, ਬਹੁਤ ਮੁਸ਼ਕਲਾਂ ਦਾ ਸਾਹਮਣਾ ਬੜੇ ਹੀ ਔਖੇ ਪੈਂਡਿਆਂ ਵਿੱਚ ਕੀਤਾ ਹੈ। ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਹਰ ਮਨੁੱਖ ਦੇ ਸਾਹਮਣੇ ਆਉਂਦੀਆਂ ਨੇ, ਪਰ ਕੁਝ ਮਨੁੱਖ ਹੁੰਦੇ ਨੇ ਕਿ ਠੇਡਾ ਖਾ ਕੇ, ਠੋਕਰ ਖਾ ਕੇ ਡਿੱਗ ਪੈਂਦੇ ਨੇ ਤੇ ਉੱਠਣ ਦੀ ਹਿੰਮਤ ਨਹੀਂ ਕਰਦੇ, ਤੇ ਕੁਝ ਇੰਨੀ ਹਿੰਮਤ ਕਰ ਲੈਂਦੇ ਨੇ ਕਿ ਵਾਰ-ਵਾਰ ਡਿੱਗਣ ਤੋਂ ਬਾਅਦ ਵੀ ਡਿੱਗ ਡਿੱਗ ਕੇ ਐਸੇ ਸ਼ਾਹ ਸਵਾਰ ਬਣ ਜਾਂਦੇ ਨੇ ਕਿ ਫਿਰ ਸੰਸਾਰ ਵਿੱਚ ਉਹਨਾਂ ਨੂੰ ਡਿੱਗਣ ਵਾਲਾ ਕੋਈ ਮਿਲਦਾ ਨਹੀਂ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਕਾਲ ਵਿੱਚ ਵੇਖੀਏ, ਉਹਨਾਂ ਨੇ ਬਚਪਨ ਤੋਂ ਹੀ ਇਹਨਾਂ ਚੀਜ਼ਾਂ ਨੂੰ ਆਪਣੇ ਤਨ ਉੱਪਰ ਹੰਡਾਇਆ। ਵਿਦਵਾਨ ਪੁਰਖਾਂ ਦੀ ਮੰਨੀਏ ਤੇ ਹਾੜ ਦਾ ਮਹੀਨਾ ਸੀ, ਸਨ 1595 ਈਸਵੀ ਨੂੰ ਅੰਮ੍ਰਿਤਸਰ ਤੋਂ ਥੋੜੀ ਜਿਹੀ ਦੂਰ ਇੱਕ ਨਗਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵਸਾਇਆ, ਜਿਹਨੂੰ ਗੁਰੂ ਕੀ ਵਡਾਲੀ ਕਹਿੰਦੇ ਨੇ। ਉੱਥੇ ਮੇਰੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਗੁਰਤਾ ਗੱਦੀ ਮਿਲੀ ਸੀ ਨਾ, ਤੇ ਇਸ ਗੁਰਤਾ ਗੱਦੀ ਦਾ ਬਹੁਤਾ ਹੱਕਦਾਰ ਪ੍ਰਿਥੀ ਚੰਦ ਆਪਣੇ ਆਪ ਨੂੰ ਕਹਾਉਂਦਾ ਸੀ। ਜਦੋਂ ਪ੍ਰਿਥੀ ਚੰਦ ਆਪਣੇ ਆਪ ਨੂੰ ਹੱਕਦਾਰ ਕਹਾਉਂਦਾ ਹੈ, ਗੁਰਤਾ ਗੱਦੀ ਮਿਲੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। ਪ੍ਰਿਥੀ ਚੰਦ ਨੂੰ ਅੱਗ ਲੱਗੀ, ਬਵਾਲ ਮਚਿਆ। ਉਹਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਵੀ ਜਿਵੇਂ ਕਿਵੇਂ ਕਰਕੇ ਮੈਂ ਗੱਦੀ ਹਥਿਆ ਲਵਾਂ, ਪਰ ਭਾਣਾ ਅਕਾਲ ਪੁਰਖ ਦਾ ਜੋ ਵਾਹਿਗੁਰੂ ਨੂੰ ਚੰਗਾ ਲੱਗਦਾ ਕਰਨਾ ਤੇ ਉਹਨੇ ਉਹੀ ਹੈ, ਤੇ ਜੋ ਕੁਝ ਉਹਨੇ ਕਰਨਾ ਹੈ ਉਹ ਕਰਕੇ ਰਹਿਣਾ ਹੈ। ਪ੍ਰਿਥੀ ਚੰਦ ਨੂੰ ਗੁਰਤਾ ਗੱਦੀ ਨਹੀਂ ਮਿਲਦੀ। ਪ੍ਰਿਥੀ ਚੰਦ ਦੇ ਘਰੇ ਇੱਕ ਪੁੱਤਰ ਹੈ ਜਿਹਦਾ ਨਾਮ ਹੈ ਮਿਹਰਵਾਨ। ਪ੍ਰਿਥੀ ਚੰਦ ਅੰਦਰ ਇਹ ਆਸ ਸੀ ਵੀ ਗੁਰਤਾ ਗੱਦੀ ਮੇਰੇ ਪੁੱਤਰ ਨੂੰ ਹੀ ਮਿਲੇਗੀ, ਹੋਰ ਗੁਰੂ ਅਰਜਨ ਸਾਹਿਬ ਮਹਾਰਾਜ ਕੋਲ ਸਪੁੱਤਰ ਨਹੀਂ ਹੈ। ਸਤਿਗੁਰਾਂ ਦੇ ਘਰੇ ਸਪੁੱਤਰ ਪੈਦਾ ਹੋਣ ਦੀ ਦੇਰ ਪ੍ਰਿਥੀ ਚੰਦ ਦੀਆਂ ਮੁਸ਼ਕਲਾਂ ਵੱਧ ਗਈਆਂ। ਸਭ ਤੋਂ ਪਹਿਲੀ ਜਿਹੜੀ ਇਹਨੇ ਕੋਸ਼ਿਸ਼ ਕੀਤੀ ਨਾ, ਇੱਕ ਦਾਈ ਉਹਨੂੰ ਖਰੀਦਿਆ, ਉਹਦੇ ਅਸਥਾਨਾਂ ਨੂੰ ਜ਼ਹਿਰ ਲਾ ਕੇ ਦੁੱਧ ਪਿਉਣ ਵਾਸਤੇ ਕਿਹਾ। ਮੈਂ ਇੱਕ ਬੇਨਤੀ ਕਰਨੀ ਹੈ, ਸਾਡੇ ਬਹੁਤ ਵਿਦਵਾਨ ਇਹ ਗੱਲ ਕਹਿੰਦੇ ਨੇ ਵੀ ਗੁਰੂ ਸੇਵਾ ਕਰਕੇ ਬਣਿਆ ਜਾਂਦਾ ਹੈ। ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਜੇ ਆਪਾਂ ਕਹੀਏ ਨਾ ਵੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੇਵਾ ਕੀਤੀ ਤੇ ਉਹ ਤਦੇ ਗੁਰੂ ਬਣੇ, ਮੈਂ ਇਸ ਗੱਲ ਨਾਲ ਸਹਿਮਤ ਨਹੀਂ ਗਾ। ਜੇ ਕੋਈ ਕਹੇ ਵੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 12 ਸਾਲ ਸੇਵਾ ਕੀਤੀ ਉਹ ਤਾਂ ਗੁਰੂ ਬਣੇ, ਗੁਰੂ ਰਾਮਦਾਸ ਮਹਾਰਾਜ ਨੇ ਸੇਵਾ ਕੀਤੀ ਉਹ ਤਾਂ ਗੁਰੂ ਬਣੇ, ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਕਿਉਂਕਿ ਜਿਹਨੂੰ ਅਸੀਂ ਕਹਿ ਰਹੇ ਕਿ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਉਸ ਪਰਵਰਿਓ ਨੂੰ ਸੇਵਾ ਕਰਨ ਦੀ ਕੋਈ ਲੋੜ ਸੀ? ਇਹ ਜਿਹੜੀ ਗੁਰੂ ਅਹੁਦਾ ਆ, ਇਹ ਭਗਤੀ ਸੇਵਾ ਕਰਕੇ ਨਹੀਂ ਮਿਲਦਾ। ਇਹ ਅਕਾਲ ਪੁਰਖ ਦਾ ਆਪਣਾ ਨਿਜ ਰੂਪ ਹੈ, ਉਹਨੇ ਰੂਪ ਵਟਾਇਆ ਤੇ ਇਸ ਸੰਸਾਰ ਵਿੱਚ ਹੈ। ਪਰ ਪ੍ਰਿਥੀ ਚੰਦ ਦੇ ਅੰਦਰ ਇਹ ਗੱਲ ਸੀ ਕਿ ਸੇਵਾ ਕਰਨ ਕਰਕੇ ਸ਼ਾਇਦ ਗੁਰਤਾ ਗੱਦੀ ਮਿਲਦੀ ਹੈ, ਤੇ ਉਹ ਪ੍ਰਬੰਧਨ ਨੂੰ ਸਾਰੇ ਨੂੰ ਸਾਂਭਦਾ ਸੀ। ਕੋਈ ਦੋ ਰਾਮਾ ਨਹੀਂ ਇਸ ਗੱਲ ਵਿੱਚ। ਸੇਵਾ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਕਰਦੇ ਸਨ।
ਜਿਹੜਾ ਗੁਰੂ ਵਾਲਾ ਪੱਖ ਹੈ ਨਾ, ਇਹ ਅਕਾਲ ਪੁਰਖ ਦਾ ਖੁਦ ਦਾ ਆਪਣਾ ਇੱਕ ਨਿੱਜ ਸਰੂਪ ਹੈ। ਮੈਨੂੰ ਬਾਕੀਆਂ ਦੇ ਧਾਰੀਆਂ ਦਾ ਤਾਂ ਨਹੀਂ ਪਤਾ, ਪਰ ਮੈਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਵਨ ਵਿੱਚ ਇਹ ਗੱਲ ਵੇਖਣ ਨੂੰ ਮਿਲੀ ਹੈ। ਜਦੋਂ ਦਾਈ ਨੇ ਦੁੱਧ ਪਿਉਣ ਦੀ ਕੋਸ਼ਿਸ਼ ਕੀਤੀ, ਸਾਹਿਬ ਨੇ ਦੁੱਧ ਪੀਤਾ ਨਹੀਂ। ਉਹਨੇ ਵਾਰ-ਵਾਰ ਜ਼ਬਰਦਸਤੀ ਦੁੱਧ ਪਿਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਸਾਹਿਬ ਨੇ ਅਸਤਰਾਂ ਨੂੰ ਮੂੰਹ ਵਿੱਚ ਨਹੀਂ ਲਿਆ, ਦੁੱਧ ਨਹੀਂ ਪੀਤਾ। ਉਹ ਜਿਹੜਾ ਜ਼ਹਿਰ ਦਾ ਬੁਰਾ ਪ੍ਰਭਾਵ ਬੱਚੇ ਤੇ ਪਾਉਣਾ ਸੀ, ਉਹ ਆਪਣੇ ਸਰੀਰ ਉੱਪਰ ਪੈ ਗਿਆ। ਉਹ ਆਪ ਹੀ ਜ਼ਹਿਰ ਦੇ ਨਾਲ ਮਰ ਗਈ ਤੇ ਮਰਦੀ ਮਰਦੀ ਦੱਸ ਗਈ, ਮੈਨੂੰ ਇਹ ਕਰਤੂਤ ਕਰਨ ਵਾਸਤੇ ਪ੍ਰਿਥੀ ਚੰਦ ਨੇ ਕਿਹਾ। ਉਮਰ ਹਾਲੇ ਛੋਟੀ ਏ। ਇੱਕ ਦਿਨ ਇੱਕ ਸਪੇਰੇ ਨੂੰ ਪੈਸੇ ਦੇ ਕੇ, ਕਿਉਂਕਿ ਬੱਚਾ ਤੇ ਬੱਚਾ ਆ, ਇੱਕ ਸਪੇਰੇ ਨੂੰ ਪੈਸੇ ਦਿੱਤੇ ਵੀ ਤੂੰ ਇਸ ਤਰ੍ਹਾਂ ਕਰ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਘਰੇ ਸੱਪ ਵਿਖਾਉਣ ਵਾਸਤੇ ਜਾਈਂ, ਤੇ ਉਹ ਜਦੋਂ ਤੈਨੂੰ ਕੋਈ ਦਕਸ਼ਨਾ ਪਾਉਣ ਲੱਗਣਗੇ, ਤੂੰ ਮਾਨਤੀ ਜੇ ਬੱਚੇ ਨੂੰ ਗੋਦ ਵਿੱਚ ਲੈ ਕੇ ਸੱਪ ਲੜਾ ਕੇ ਮਾਰ ਦੇ। ਭਾਣਾ ਕਰਤੇ ਦਾ ਇਹ ਵਰਤ ਹੈ ਵੀ ਜਿਹੜਾ ਕੁਝ ਸੋਚਿਆ ਸੀ ਉਹ ਵੀ ਨਾ ਹੋਇਆ। ਸਾਡੇ ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਸੱਪ ਨੇ ਡੰਗ ਨਹੀਂ ਮਾਰਿਆ, ਸੱਪ ਨੇ ਡੰਗ ਨਹੀਂ ਮਾਰਿਆ। ਆਮ ਇੱਕ ਪੰਜਾਬੀ ਦੀ ਕਹਾਵਤ ਹੈ ਵੀ ਸੱਪ ਦੀ ਪੂਛ ਤੇ ਪੈਰ ਰੱਖੀਏ ਉਹ ਡੰਗ ਤੇ ਮਾਰੇਗਾ। ਹੁਣ ਬੱਚੇ ਨੇ ਤੇ ਪੂਛ ਤੇ ਪੈਰ ਰੱਖਣਾ ਹੀ ਨਹੀਂਗਾ, ਡੰਗ ਮਾਰਨ ਦਾ ਸਵਾਲ ਨਹੀਂ ਪੈਦਾ ਹੁੰਦਾ। ਸਪੇਰੇ ਨੇ ਸਿਖਾਇਆ ਹੋਏਗਾ, ਉਹਦੇ ਕੋਲ ਜੁਗਤ ਹੈ ਵੀ ਸੱਪ ਲੜਾਉਣਾ ਕਿਵੇਂ, ਜੇ ਉਹਨੂੰ ਕੀਲਣ ਦਾ ਪਤਾ ਤੇ ਲੜਾਉਣ ਦਾ ਵੀ ਪਤਾ, ਪਰ ਸੱਪ ਨੇ ਡੰਗ ਨਹੀਂ ਮਾਰਿਆ। ਇਹ ਜਿਹੜੀ ਕਰਤੂਤ ਵੀ ਇਹ ਵੀ ਜਗਤ ਵਿੱਚ ਪ੍ਰਗਟ ਹੋਈ ਹੈ। ਇਸ ਤੋਂ ਅਗਲਾ ਇੱਕ ਥੋੜਾ ਜਿਹਾ ਕਰਮ ਮੇਰੇ ਸਾਹਿਬ ਜੀ ਨੇ ਜ਼ਿਕਰ ਕੀਤਾ ਆ। ਇੱਕ ਦਿਨ ਘਰ ਦੇ ਵਿੱਚ ਰਸੋਈਆ ਆਇਆ। ਯਾਦ ਰੱਖਣਾ, ਇੱਕ ਰਸੋਈਏ ਦਾ ਅਸੀਂ ਜ਼ਿਕਰ ਬਹੁਤ ਥਾਵਾਂ ਤੇ ਕੀਤਾ, ਗੰਗੂ ਰਸੋਈਏ ਦਾ। ਸਾਨੂੰ ਇਸ ਰਸੋਈਏ ਦਾ ਚੇਤਾ ਭੁੱਲ ਜਾਂਦਾ ਹੈ। ਇਹ ਜਾਤ ਦਾ ਬ੍ਰਾਹਮਣ ਹੈ, ਗੁਰੂ ਘਰੇ ਸੇਵਾ ਕਰਦਾ, ਗੁਰੂ ਸਾਹਿਬ ਵਾਸਤੇ ਪ੍ਰਸਾਦਾ ਪਾਣੀ ਤਿਆਰ ਕਰਦਾ ਆ, ਗੁਰੂ ਕੇ ਸੰਗਤਾਂ ਵਾਸਤੇ ਤਿਆਰ ਕਰਦਾ ਆ। ਇਹਨੂੰ ਇਹ ਸੇਵਾ ਦਿੱਤੀ ਕਿ ਵੀ ਤੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜੋ ਛਕਾਉਣਾ ਆ, ਉਹ ਤੇਰੀ ਜ਼ਿੰਮੇਵਾਰੀ ਹੈ ਵੀ ਉਹਨਾਂ ਨੂੰ ਕੀ ਦੇਣਾ ਕੀ ਨਹੀਂ ਦੇਣਾ ਤੈਨੂੰ ਪਤਾ ਹੋਣਾ ਚਾਹੀਦਾ ਆ। ਇੱਕ ਦਿਨ ਇਹਨੇ ਦਹੀਂ ਦੇ ਵਿੱਚ ਥੋੜਾ ਜਿਹਾ ਜ਼ਹਿਰ ਪਾਇਆ ਵੀ ਜਿੰਨੀ ਕੁ ਜ਼ਹਿਰ ਦੇ ਨਾਲ ਬੱਚਾ ਮਰ ਜਾਵੇ। ਇਹਨੇ ਜ਼ਹਿਰ ਪਾਇਆ, ਦਹੀਂ ਦੇ ਵਿੱਚ ਖਾਣ ਵਾਸਤੇ ਦਿੱਤਾ। ਸਾਹਿਬ ਨੇ ਇੱਕ ਵਾਰੀ ਨਾਂਹ ਕੀਤੀ, ਦੋ ਵਾਰੀ ਨਾਂਹ ਕੀਤੀ, ਤਿੰਨ ਵਾਰੀ ਨਾਂਹ ਕੀਤੀ। ਹੁਣ ਆਪਣਾਪਣ ਸੀ ਵੀ ਸਾਡਾ ਆਪਣਾ ਘਰ ਦਾ ਬੰਦਾ ਆ, ਪਿਆਰ ਦੇ ਨਾਲ ਝਿੜਕਦਾ, ਤੂੰ ਖਾਂਦਾ ਕਿਉਂ ਨਹੀਂ, ਸਵੇਰ ਦਾ ਕੁਝ ਖਾਦਾ ਨਹੀਂਗਾ। ਪਰ ਸਾਹਿਬ ਨੇ ਨਹੀਂ ਲਿਆ। ਜਦੋਂ ਉਹਨੇ ਧੱਕੇ ਦੇ ਨਾਲ ਚਮਚ ਦੇ ਨਾਲ ਮੂੰਹ ਦੇ ਵਿੱਚ ਦਹੀਂ ਪਾਉਣ ਦੀ ਕੋਸ਼ਿਸ਼ ਕੀਤੀ, ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਸਾਹਿਬ ਜੀ ਨੇ ਥੋੜਾ ਜਿਹਾ ਸ਼ੋਰ ਸ਼ਰਾਬਾ ਕੀਤਾ। ਇਹਨੂੰ ਵੇਖਦਿਆਂ ਮਾਤਾ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਆਏ ਵੀ ਹੋਇਆ ਕੀ, ਸਾਡਾ ਪੁੱਤਰ ਤੇ ਇਨੀ ਖਾਣ ਦੀ ਜਿੱਦ ਕਰਦਾ ਹੀ ਨਹੀਂਗਾ, ਜੋ ਉਹਨੇ ਖਾਣਾ ਖੁਸ਼ੀ ਨਾਲ ਖਾ ਲੈਣਾ ਆ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਅੱਖਾਂ ਵੱਲ ਵੇਖ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬ੍ਰਾਹਮਣ ਨੂੰ ਕਹਿ ਕਹਿੰਦੇ, ਲਾਂਗਰੀ ਜੀ ਇਹ ਕਟੋਰੀ ਸਾਨੂੰ ਦੇ ਦੇਵੋ। ਤੇ ਲਾਂਗਰੀ ਕਹਿੰਦਾ, ਨਹੀਂ ਸਾਹਿਬ ਜੀ ਇਹ ਤੁਹਾਡੇ ਵਾਸਤੇ ਨਹੀਂ, ਇਹਨਾਂ ਦੇ ਵਾਸਤੇ ਹੈ। ਸਾਹਿਬ ਜੀ ਕਹਿੰਦੇ ਨਹੀਂ ਦੇ ਦੇਵੋ। ਇਤਿਹਾਸ ਨੇ ਜ਼ਿਕਰ ਕੀਤਾ ਵੀ ਥੋੜੀ ਦੂਰ ਇੱਕ ਕੁੱਤਾ ਬੈਠਾ ਸੀ। ਸਾਹਿਬ ਨੇ ਉਹ ਕਟੋਰੀ ਕੁੱਤੇ ਦੇ ਅੱਗੇ ਰੱਖ ਦਿੱਤੀ ਵੀ ਤੂੰ ਇਹਨੂੰ ਖਾ। ਜਦੋਂ ਕੁੱਤੇ ਨੇ ਉਹਨੂੰ ਥੋੜਾ ਜਿਹਾ ਮੂੰਹ ਲਾਇਆ, ਕੁੱਤੇ ਦੀ ਨਾਲ ਮੌਤ ਹੋ ਗਈ। ਫਿਰ ਜਦੋਂ ਸਿੱਖਾਂ ਨੇ ਇਹਨੂੰ ਘੇਰਿਆ ਵੀ ਦੱਸ ਤੈਨੂੰ ਇਹ ਕਿਹਨੇ ਕਿਹਾ, ਪ੍ਰਿਥੀ ਚੰਦ ਨੇ ਫਿਰ ਇਹ ਕਰਤੂਤ ਕੀਤੀ ਸੀ, ਨਾਮ ਫਿਰ ਪ੍ਰਿਥੀ ਚੰਦ ਆ ਗਿਆ। ਫਿਰ ਕਰਤੇ ਪੁਰਖ ਦੇ ਹੁਕਮ ਵਿੱਚ ਸੀਤਲਾ ਨਿਕਲਦੀ ਹੈ ਤੇ ਸਾਹਿਬ ਜੀ ਨੂੰ ਕਿਰਪਾ ਅਕਾਲ ਪੁਰਖ ਦੇ ਓਟ ਆਸਰੇ ਉਹਦੇ ਤੋਂ ਰਮਾਨ ਆਇਆ। ਸਭ ਤੋਂ ਵੱਡੀ ਜਿਹੜੀ ਕਿਸੇ ਬੱਚੇ ਦੇ ਬਚਪਨ ਦੀ ਘਟਨਾ ਹੁੰਦੀ ਨਾ, ਉਹ ਮਾਂ-ਬਾਪ ਦਾ ਸਾਇਆ ਹੁੰਦਾ ਆ। ਠੀਕ ਹੈ, ਅਸੀਂ ਮਾਂ ਦੀ ਮਮਤਾ ਨੂੰ ਹਮੇਸ਼ਾ ਵੱਧ ਤਰਜੀਹ ਦਿੰਦੇ ਹਾਂ ਤੇ ਦੇਣੀ ਵੀ ਚਾਹੀਦੀ ਹੈ, ਕੋਈ ਦੁਰਾਵਾ ਨਹੀਂ। ਪਰ ਪਿਤਾ ਇੱਕ ਅਜਿਹਾ ਪੱਖ ਹੈ ਜਿਹਦੇ ਨਾਲ ਘਰ ਚੱਲੇਗਾ। ਮਾਂ ਇੱਕ ਐਵੇਂ ਦਾ ਪੱਖ ਹੈ ਜਿਹਦੇ ਨਾਲ ਪ੍ਰੇਮ ਚੱਲਦਾ ਆ, ਜਿਹੜੀ ਉਸ ਬਿਲਡਿੰਗ ਨੂੰ ਘਰ ਬਣਾਉਂਦੀ ਹੈ। ਪਰੰਤੂ ਪਿਤਾ ਆ, ਜੇ ਘਰ ਹੋਏਗਾ ਤੇ ਉਹਨੂੰ ਬਣਾਓਗੇ, ਉਹਦੇ ਵਿੱਚ ਕੋਈ ਖਾਓ ਪੀਓਗੇ। ਸਿਰਫ 11 ਸਾਲ ਦੀ ਉਮਰ ਹੈ, ਸਿਰਫ 11 ਸਾਲ ਦੀ ਉਮਰ। ਪਿਤਾ ਜੀ ਚੜਾਈ ਕਰ ਗਏ, ਤਤੀ ਤਵੀ ਦੇ ਉੱਪਰ ਬੈਠੇ।
ਤੇ ਕਿਸੇ ਅਜੀਜ਼ ਨੇ ਉੱਥੇ ਬੜਾ ਸੋਹਣਾ ਇੱਕ ਬੋਲ ਕਿਹਾ ਸੀ। ਗੁਰੂ ਅਰਜਨ ਸਾਹਿਬ ਮਹਾਰਾਜ ਦੇ ਮੁਖਾਰਬਿੰਦ ਤੋਂ ਉਹਨਾਂ ਨੇ ਕਹਾਇਆ, ਕਵੀ ਦੇ ਲਿਖਣ ਦਾ ਢੰਗ ਹੈ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਿਵੇਂ ਦੇ ਅੱਗੇ ਹਾਲਾਤ ਬੰਨੇ ਨੇ, ਜਿਵੇਂ ਦੇ ਅੱਗੇ ਗੱਲਬਾਤ ਹੋਣੀ ਹੈ, ਸਮਾਂ ਹੌਲੀ 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 ਖਰਾਬ ਹੀ ਹੋਏਗਾ, ਇਹ ਸੁਧਰਨਾ ਨਹੀਂਗਾ। ਹਾਲਾਤ ਵਿਗੜਨਗੇ, ਇਹ ਸੁਧਰਨੇ ਨਹੀਂਗੇ। ਇਤਿਹਾਸ ਨੇ ਇੱਥੋਂ ਤੱਕ ਜ਼ਿਕਰ ਕੀਤਾ, ਜਦੋਂ ਬਾਬਾ ਬੁੱਢਾ ਜੀ ਨੂੰ ਬੁਲਾਇਆ ਗਿਆ ਨਾ, ਬਾਬਾ ਜੀ ਕਿ ਮੇਰੇ ਪੁੱਤਰ ਨੂੰ, ਗੁਰੂ ਹਰਗੋਬਿੰਦ ਨੂੰ ਕੁਝ ਗੁਰਮੁਖੀ ਦੇ ਅੱਖਰ ਸਿਖਾਉਣੇ ਨੇ। ਤੇ ਬਾਬਾ ਬੁੱਢਾ ਜੀ ਸਭ ਤੋਂ ਵਡੇਰੀ ਉਮਰ ਦੇ ਨੇ, ਜਿਨ੍ਹਾਂ ਨੂੰ ਪੰਜਾਬੀ ਸਭ ਤੋਂ ਵੱਧ ਆਉਂਦੀ ਹੈ ਕਹਿ ਲਈਏ, ਜਿਨ੍ਹਾਂ ਨੂੰ ਗੁਰਬਾਣੀ ਬਾਰੇ ਪੂਰੀ ਪਕੜ ਹੈ ਵੀ ਗੁਰਬਾਣੀ ਵਿੱਚ ਕਿਵੇਂ ਕੀ ਕੁਝ ਲਿਖਿਆ, ਕੀ ਸੁਨੇਹਾ, ਕੀ ਸਿਧਾਂਤ ਹੈ। ਵਿਦਵਾਨ ਪੁਰਖ ਭਾਈ ਗੁਰਦਾਸ ਜੀ ਵਰਗੇ ਗੁਰਮੁਖ ਬੈਠੇ ਨੇ, ਹੋਰ ਗੁਣੀ ਜਨ ਭਾਈ ਜੇਠੇ ਜੀ ਵਰਗੇ ਬੈਠੇ ਨੇ। ਜਦੋਂ ਗੁਰਮੁਖੀ ਅੱਖਰ ਸਿਖਾਉਣ ਦੀ ਗੱਲ ਆਈ, ਬਾਬਾ ਬੁੱਢਾ ਜੀ ਨੂੰ ਆਵਾਜ਼ ਦਿੱਤੀ, ਕਹਿੰਦੇ ਬਾਬਿਆ ਮੇਰੇ ਪੁੱਤਰ ਨੂੰ ਗੁਰਮੁਖੀ ਸਿਖਾ ਦੋਗੇ? ਬਾਬਾ ਬੁੱਢਾ ਜੀ ਨੇ ਹੱਥ ਜੋੜੇ, ਕਹਿੰਦੇ ਸਾਹਿਬ ਜੀ ਤੁਹਾਡੀਆਂ ਦਾਤਾਂ ਨੇ, ਤੁਹਾਡੀਆਂ ਰਹਿਮਤਾਂ ਨੇ, ਤੁਹਾਡੀਆਂ ਬਖਸ਼ਿਸ਼ਾਂ ਨੇ, ਸਾਨੂੰ ਤੇ ਹੁਕਮ ਹੋਣਾ ਚਾਹੀਦਾ ਹੈ। ਸਾਹਿਬ ਜੀ ਦੱਸੋ ਕਿੱਥੋਂ ਪੜ੍ਹਾਈ ਸ਼ੁਰੂ ਕਰੀਏ? ਤੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਮੁਸਕਰਾ ਕੇ ਕਿਹਾ ਸੀ, ਕਹਿੰਦੇ ਬਾਬਾ ਅੱਖਰ ਮੇਰੇ ਪੁੱਤ ਨੂੰ ਉਹੀ ਸਿਖਾਉਣੇ ਨੇ ਜਿਹੜੇ 2 ਅੱਖਰ ਪ੍ਰੇਮ ਦੇ ਬਾਬੇ ਨਾਨਕ ਤੋਂ ਤੂੰ ਸਿੱਖੇ ਨੇ। ਮੇਰੇ ਪੁੱਤਰ ਨੂੰ ਉਹ ਅੱਖਰ ਸਿਖਾ ਦੇ ਜਿਹੜੇ ਅੱਖਰ ਤੈਨੂੰ ਬਾਬੇ ਨਾਨਕ ਨੇ ਸਿਖਾਏ ਸਨ, ਜਿਨ੍ਹਾਂ ਅੱਖਰਾਂ ਕਰਕੇ ਅਕਾਲ ਪੁਰਖ ਦੇ ਘਰੇ ਪ੍ਰਵਾਨ ਹੋਈਦਾ। ਤੇ ਜਦੋਂ ਬਾਬਾ ਜੀ ਨੇ ਸਿਖਾਉਣਾ ਸ਼ੁਰੂ ਕੀਤਾ, ਵੇਖਿਆ ਵੀ ਇਹਨਾਂ ਦਾ ਸ਼ਸਤਰਾਂ ਵਾਲੇ ਪਾਸੇ ਕਾਫੀ ਮੋਹ ਪ੍ਰੇਮ ਹੈ। ਬਹੁਤ ਗੁਰਸਿੱਖਾਂ ਨੂੰ ਇਸ ਗੱਲ ਦਾ ਗਿਆਤ ਨਹੀਂ ਹੋਏਗਾ, ਸ਼ਸਤਰ ਵਿਦਿਆ ਦੀ ਪ੍ਰਾਰੰਭਤਾ ਬਾਬਾ ਬੁੱਢਾ ਜੀ ਨੇ ਕਰਾਈ ਹੈ। ਘੋੜਸਵਾਰੀ ਸਿਖਾਉਣੀ ਪ੍ਰਾਰੰਭ ਉਹਨਾਂ ਨੇ ਕੀਤੀ ਹੈ। ਤੇ ਫਿਰ ਉੱਥੇ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ, ਤੇ ਕਿਸੇ ਕਵੀ ਨੇ ਬਖੂਬੀ ਲਿਖਿਆ, ਕਹਿੰਦੇ ਮੇਰੀ ਸਦਾ ਕੋ ਦਬਾਨਾ तो मुमकिन है, मगर बदलते वक्त की रफ्तार कौन रोकेगा। फसीलों आतशो आहन बहुत बुलंद सही, मगर हयात की तलवार कौन रोकेगा। मेरे ख्यालों की परवाज रोकने वालों, हरगोबिंद की तलवार कौन रोकेगा। 11 ਸਾਲ ਦੀ ਉਮਰ ਹੈ, ਅਸੀਂ ਆਪਣੇ ਨਿਆਣੇ ਨੂੰ 7 ਵਜੇ ਤੋਂ ਬਾਅਦ ਬਾਹਰ ਨਹੀਂ ਭੇਜਦੇ, ਪੁੱਤ ਹਨੇਰਾ ਹੋ ਗਿਆ 11 ਸਾਲ ਦੀ ਉਮਰ ਦੇ ਵਿੱਚ। ਮੈਂ ਕਹਿੰਦਾ ਵੱਡਿਆਂ ਵੱਡਿਆਂ ਨੂੰ ਇਕੱਲੇ ਅੱਜ ਸਕੂਲੇ ਭੇਜਦੇ, ਪਰ 11 ਸਾਲ ਦੀ ਉਮਰ ਹੈ। ਗੁਰਤਾ ਗੱਦੀ ਸਾਹਿਬ ਜੀ ਦੇ ਕੇ ਗਏ ਨੇ, ਗੁਰਤਾ ਗੱਦੀ ਮਿਲ ਚੁੱਕੀ ਹੈ, ਸਿਰਫ 3 ਸਾਲ ਨਿਕਲੇ ਨੇ, ਉਮਰ 14 ਸਾਲ ਦੀ। ਸਰਕਾਰੀ ਦਰਬਾਰੇ ਇਹ ਹੁਕਮ ਸੀ ਕਿ ਤੁਸੀਂ ਪੱਗ ਨਹੀਂ ਬੰਨੋਗੇ। ਆ ਸਾਡੇ ਵਾਲਿਆਂ ਨਵੇਂ ਨਿਆਣਿਆਂ ਨੂੰ ਪੱਗ ਬੰਨਣੀ ਚੰਗੀ ਨਹੀਂ ਲੱਗਦੀ, ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਜਦੋਂ ਮੁਹੰਮਦ ਗੌਰੀ ਹਿੰਦੁਸਤਾਨ ਆਇਆ ਨਾ, ਉਹਨੇ ਆਪਣੇ ਜਿਹੜੇ ਮੌਲਵੀ ਸਨ, ਕਾਜੀ ਸਨ, ਉਹਨਾਂ ਨੂੰ ਇਕੱਠਿਆਂ ਕੀਤਾ, ਤੇ ਉਹਨਾਂ ਦੀ ਇੱਕ ਕੋਸ਼ਿਸ਼ ਸੀ ਵੀ ਮੈਂ ਹਿੰਦੁਸਤਾਨ ਦੇ ਲੋਕਾਂ ਨੂੰ ਜਲੀਲ ਕਰਨਾ ਆ, ਮੈਂ ਹਿੰਦੁਸਤਾਨ ਦੇ ਲੋਕਾਂ ਨੂੰ ਦਬਾਉਣਾ, ਇਹਨਾਂ ਨੂੰ ਦੱਸਣਾ ਵੀ ਤੁਸੀਂ ਸਾਡੇ ਗੁਲਾਮ ਬਣ ਕੇ ਰਹੋਗੇ। ਉਹਨੇ ਆਪਣੇ ਕਿਸੇ ਮੌਲਵੀ ਨੂੰ ਪੁੱਛਿਆ, ਕਾਜੀ ਨੂੰ ਪੁੱਛਿਆ, ਕਾਜੀ ਜੀ ਵੀ ਜੇ ਇਹਨਾਂ ਨੂੰ ਤੰਗ ਕਰਨਾ ਹੋਵੇ ਕਾਫਰਾਂ ਨੂੰ ਤੇ ਕੀ ਕੀਤਾ ਜਾਵੇ। ਤੇ ਉਹਦੇ ਬੋਲ ਸਨ ਵੀ ਮੁਸਲਮਾਨ ਇਹਨਾਂ ਨੂੰ ਕਵੇ ਬੈਠ ਜਾ ਤੇ ਇਹ ਬੈਠ ਜਾਣ, ਉਹ ਕਵੇ ਖੜਾ ਹੋ ਜਾ ਤੇ ਖੜੇ ਹੋ ਜਾਣ, ਉਹ ਇਹਨਾਂ ਨੂੰ ਤੇ ਉਹਨਾਂ ਦਾ ਥੁੱਕਣ ਨੂੰ ਜੀ ਕਰਦਾ, ਮੂੰਹ ਟੱਡ ਕੇ ਅੱਗੇ ਖਲੋ ਜਾਣ ਤੇ ਹੱਸ ਕੇ ਕਹਿਣ ਵੀ ਸਾਨੂੰ ਪ੍ਰਵਾਨ ਹੈ। ਇੱਥੋਂ ਤੱਕ ਇਹਨਾਂ ਦੀ ਗੁਲਾਮੀ ਹੋਣੀ ਚਾਹੀਦੀ ਹੈ। ਤੇ ਫਿਰ ਉਹਨੇ ਪੁੱਛਿਆ, ਕਹਿੰਦੇ ਵੀ ਇਹ ਤੇ ਸਾਰੇ ਮੁਸਲਮਾਨ ਨਹੀਂ ਕਰਨਗੇ, ਕਿਉਂਕਿ ਮੁਸਲਮਾਨ ਵੀ ਚੰਗੇ ਇਨਸਾਨ ਹੀ ਨੇ, ਕਈ ਵਿੱਚ ਮੇਰੇ ਵਰਗੇ ਬੈਠੇ ਨੇ, ਕਈ ਬਹੁਤ ਚੰਗੇ ਬੈਠੇ ਨੇ। ਕਹਿਣ ਲੱਗੇ ਨਹੀਂ, ਐਵੇਂ ਨਹੀਂ, ਕੋਈ ਹੋਰ ਜੁਗਤ ਦੱਸੋ। ਉਹ ਆਂਦੇ ਜੀ ਇਹ ਦਸਤਾਰਾਂ ਬੰਨ੍ਹਦੇ ਨੇ, ਦਾੜੀਆਂ ਰੱਖਦੇ ਨੇ, ਸਭ ਤੋਂ ਵੱਡੀ ਰੋਕ ਇਹਨਾਂ ਦੀ ਇਸ ਚੀਜ਼ ਤੇ ਲਾ ਦਿਓ, ਸਭ ਤੋਂ ਵੱਡੀ ਰੋਕ ਲਾਓ। ਤੇ ਉਦੋਂ ਫਿਰ ਇਹਨਾਂ ਮੁਗਲ ਜਿਹੜੇ ਹਾਕਮ ਜਿਨ੍ਹਾਂ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਸੀ, ਸਮੇਂ ਦਰਬਾਦਾਰ ਇਹਨਾਂ ਨੇ ਇੱਥੋਂ ਤੱਕ ਹੁਕਮ ਕਰ ਦਿੱਤਾ ਸੀ, ਤੁਸੀਂ ਪੱਗ ਨਹੀਂ ਬੰਨੋਗੇ, ਤੁਸੀਂ ਟੋਪੀ ਲਓਗੇ। ਤੇ ਆਮ ਤੌਰ ਤੇ ਤੁਸੀਂ ਸੁਣਿਆ ਨਾ, ਇੱਕ ਲਫ਼ਜ਼ ਵਰਤਿਆ ਜਾਂਦਾ ਕਥਾਵਾਚਕਾਂ ਦੁਆਰਾ, ਸੇਲੀ ਟੋਪੀ। ਸੇਲੀ ਟੋਪੀ ਦਾ ਮੀਨਸ ਕੀ ਹੁੰਦਾ, ਜਿਵੇਂ ਪੰਡਿਤ ਜਵਾਹਰ ਲਾਲ ਨਹਿਰੂ ਲੈਂਦਾ ਸੀਗਾ, ਮੈਂ ਸੌਖਾ ਜਿਹਾ ਕਰਕੇ ਦੱਸ ਦਵਾਂ, ਉਹਦੇ ਉੱਪਰ ਇੱਕ ਛੋਟਾ ਜਿਹਾ
ਕੱਪੜਾ ਲੱਗਾ ਹੁੰਦਾ ਸੀ ਵੀ ਉਹ ਕੱਪੜੇ ਦਾ ਰੰਗ ਪਹਿਲਾਂ ਕਈ ਵਾਰੀ ਲਾਲ ਰਿਹਾ ਆ, ਕਈ ਵਾਰੀ ਹਰਾ ਰਿਹਾ ਆ। ਉਹਦਾ ਇਹ ਮਤਲਬ ਹੁੰਦਾ ਸੀ ਵੀ ਇਹ ਸਾਡੇ ਗੁਲਾਮ ਨੇ, ਇਹ ਹੱਕਦਾਰ ਨੇਗੇ। ਤੇ ਲੋਕ ਉਹਨੂੰ ਖੁਸ਼ੀ ਨਾਲ ਲੈਂਦੇ ਸਨ। ਹੁਣ ਵੀ ਆਪਾਂ ਵੇਖਦੇ ਹਾਂ ਵੀ ਜੇ ਭਾਵੇਂ ਸਾਡੇ ਸਰਦਾਰਾਂ ਦਾ ਮੁੰਡਾ ਹੋਵੇ ਤੇ ਆਰਟੀਫਿਸ਼ੀਅਲ ਪੱਗ ਲਿਆਉਂਦੇ ਨੇ, ਸਿਰ ਤੇ ਰੱਖਦੇ ਨੇ, ਪਰ ਬਹੁਤ ਲੋਕਾਂ ਨੂੰ ਇਹ ਪਤਾ ਹੀ ਨਹੀਂ ਵੀ ਇਹ ਗੁਲਾਮੀ ਦੀ ਨਿਸ਼ਾਨੀ ਹੈ। ਤਦੇ ਤੇ ਇਹ ਹੁਕਮਨਾਮਿਆਂ ਦੇ ਵਿੱਚ ਲਿਖਿਆ ਹੋਇਆ ਸਿੱਖ ਸਿਰ ਟੋਪੀ ਧਰੈ। ਇਹ ਕਿਉਂ ਜ਼ਿਕਰ ਕੀਤਾ ਆ ਵੀ ਜੇ ਤੁਸੀਂ ਗੁਲਾਮ ਹੋ ਤਾਂ ਟੋਪੀ ਰੱਖ ਲਓ, ਜੇ ਤੁਸੀਂ ਗੁਲਾਮ ਨਹੀਂ ਤੁਸੀਂ ਟੋਪੀ ਨਹੀਂ ਰੱਖੋਗੇ। ਇੱਥੋਂ ਤੱਕ ਮੁਗਲ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ। ਉਹਨੂੰ ਪੁੱਛਿਆ ਸੀ ਇੱਕ ਵਾਰੀ ਕਿਸੇ ਮੁਸਲਮਾਨ ਹਾਕਮ ਨੇ ਆਪਣੇ ਕਾਜੀ ਨੂੰ, ਕਾਜੀ ਜੀ ਇਹਨਾਂ ਲੋਕਾਂ ਨੂੰ ਪੱਗਾਂ ਕਿਉਂ ਨਾ ਬੰਨਣ ਦਈਏ? ਤੇ ਉਸ ਕਾਜੀ ਦਾ ਬੜਾ ਸੋਹਣਾ ਜਵਾਬ ਸੀ, ਕਹਿੰਦੇ ਪੱਗਾਂ ਇੱਜ਼ਤਦਾਰ ਬੰਦੇ ਬੰਨ੍ਹਦੇ ਨੇ, ਬੇਗੈਰਤ ਬੰਦੇ ਕਦੇ ਪੱਗਾਂ ਨਹੀਂ ਬੰਨ੍ਹ ਦਿੰਦੇ। ਆ ਜਿਹੜੇ ਸਾਡੇ ਵੀ ਨਾਲ ਦੇ ਨੇ, ਇੱਜ਼ਤਦਾਰ ਬੰਦਿਆਂ ਦੇ ਸਿਰਾਂ ਤੇ ਪੱਗਾਂ ਹੁੰਦੀਆਂ ਨੇ। ਇੱਜ਼ਤਦਾਰ ਬੰਦੇ ਇਸ ਪੱਗ ਦੇ ਹੱਕਦਾਰ ਨੇ। ਹਰ ਐਰਾ ਗੈਰਾ ਬੰਦਾ ਇਸ ਪੱਗ ਦਾ ਹੱਕਦਾਰ ਵੀ ਨਹੀਂਗਾ। ਦੂਸਰੀ ਜਿਹੜੀ ਵੱਡੀ ਚੀਜ਼ ਹੁੰਦੀ ਨਾ, ਉਹ ਹੁੰਦੀ ਸ਼ਸਤਰਬਾਜ਼ੀ। ਆ ਕੱਲ ਹੀ ਮੁੱਦਾ ਦਿੱਲੀ ਭੜਕਿਆ, ਬਾਅਦ ਚ ਤੁਸੀਂ ਜੋ ਮਰਜ਼ੀ ਕਰ ਲਓ। ਇੱਕ ਅਸੀਂ ਤੁਹਾਨੂੰ ਦੱਸਤਾ ਵੀ ਸਾਡੇ ਸ਼ਸਤਰ ਵਿੱਚ ਤਾਕਤ ਹੈ। ਪਿੱਛੇ ਜੇ ਅੰਬਾਲੇ ਸ਼ਹਿਰ ਰੌਲਾ ਪਿਆ ਸੀ, ਉਹ ਬੀਬੀਆਂ ਨੇ ਦਸਤਾਰਾਂ ਵੀ ਬੰਨੀਆਂ ਸਨ ਤੇ ਉਹਨਾਂ ਨੂੰ ਮੌਲ ਦੇ ਵਿੱਚ ਕਿਸੇ ਲੀਡਰ ਦੇ ਮੁੰਡੇ ਨੇ, ਵਕੀਲ ਦੇ ਮੁੰਡੇ ਨੇ ਕੁੱਟਿਆ। 3 ਮੁੰਡਿਆਂ ਨੇ 5 ਜਣਿਆਂ ਨੂੰ ਕੁੱਟਤਾ। ਉਹ ਵੀਡੀਓ ਬਣਾ ਕੇ ਜੀ ਸਾਡੇ ਨਾਲ ਧੱਕਾ ਆਇਆ, ਸਾਡੇ ਨਾਲ ਧੱਕਾ ਆਇਆ। ਧੱਕਾ ਕਿੱਥੇ ਹੋਇਆ? ਜੇ ਤੇਰੇ ਕੋਲ ਆ ਹੁੰਦੀ ਨਾ, ਤੈਨੂੰ ਕੋਈ ਉਂਗਲ ਚੱਕ ਜਾਂਦਾ, ਮੇਰਾ ਨਾਮ ਹਟਾ ਦਿੰਦਾ। ਅਗਲਾ 100 ਵਾਰੀ ਸੋਚੂਗਾ ਵੀ ਜੇ ਕਿਤੇ ਵੱਖੀ ਦੇ ਵਿੱਚ ਆ ਗਈ ਨਾ, ਮੇਰੀ ਪੀੜ੍ਹੀ ਰੁਲ ਜਾਣੀ ਹੈ। ਮੇਰੀ ਪੀੜ੍ਹੀ ਤਾਂ ਨਹੀਂ ਅੱਗੇ ਵੱਧਦੀ, ਹੋਰ ਤਾਂ ਮੈਨੂੰ ਪਤਾ ਨਹੀਂ। ਪਰ ਸੋਚਣਾ ਪਏਗਾ ਤੁਹਾਨੂੰ। ਸਾਹਿਬ ਨੇ ਹਰ ਚੀਜ਼ ਮਾਨ ਨਾਲ, ਇਹ ਗੋਡ ਗਿਫਟ ਚੀਜ਼ਾਂ ਨੇ। ਇਹ ਉਹ ਚੀਜ਼ਾਂ ਨੇ ਜਿਹੜੀਆਂ ਸਦੀਵ ਕਾਲ ਚੱਲਣ, ਸਦੀਵ ਕਾਲ। ਅੱਜ ਸਾਡੇ ਆਂਦੇ ਨੇ ਜੀ ਹੁਣ ਤੇ ਗਿਆ ਨਹੀਂ ਜੀ, ਤੋਪਾਂ ਦਾ ਜ਼ਮਾਨਾ ਹੈ, ਮਿਜ਼ਾਈਲਾਂ ਦਾ ਜ਼ਮਾਨਾ ਹੈ। ਇੱਕ ਵਾਰੀ ਜੰਗ ਲੱਗ ਲੈਣ ਤਾਂ ਤੀਸਰਾ ਵਰਲਡ ਜਦੋਂ ਹੋਏਗਾ, ਪੱਕੀ ਜੀ ਗੱਲ ਹੈ, ਕੁਦਰਤੀ ਜੀ ਗੱਲ ਹੈ, ਇਨਸਾਨ ਦਾ ਸੁਭਾਅ ਹੈ। ਇਹ ਹੋਣੇ ਨੇ ਲੱਛਣ। ਪਹਿਲਾਂ ਕਹਿੰਦੇ ਸੀ ਜ਼ਮਾਨਾ ਚੰਗਾ ਸੀ, 2 ਹੋ ਗਏ ਨੇ, ਹੁਣ ਤੇ ਜ਼ਮਾਨਾ ਮਾੜਾ ਹੈ, ਤੀਜਾ ਨਾ ਹੋਏਗਾ। ਸੋਚੋ ਇਸ ਗੱਲ ਨੂੰ। ਆਪਾਂ ਕਹਿੰਦੇ ਨਾ, ਅੱਜ ਵੀ ਕਹਿੰਦੇ ਜੀ ਪਹਿਲਾਂ ਜ਼ਮਾਨਾ ਬੜਾ ਚੰਗਾ ਹੁੰਦਾ ਸੀ। ਐਡੇ ਜ਼ਮਾਨੇ ਚੰਗੇ ਦੇ ਵਿੱਚ 2 ਵਰਲਡ ਵਾਰ ਹੋ ਚੁੱਕੇ ਨੇ। ਐਡੇ ਮਾੜੇ ਜ਼ਮਾਨੇ ਵਿੱਚ ਤੀਜਾ ਤੇ ਸੁਭਾਵਿਕ ਹੈ, ਪਰ ਜਿਹੜਾ ਚੌਥਾ ਹੋਣਾ ਉਹ ਇਹਨਾਂ ਨਾਲ ਹੀ ਹੋਣਾ ਆ। ਇਹ ਯਾਦ ਰੱਖ ਲਿਆ। ਉਹ ਕਹਿੰਦੇ ਸਨ ਵੀ ਇਹਨਾਂ ਨੂੰ ਅਸੀਂ ਸ਼ਸਤਰ ਨਹੀਂ ਰੱਖਣ ਦੇਣਾ, ਇਹ ਕਿਰਪਾਨ ਨਹੀਂ ਕਰੇ ਰੱਖਣਗੇ। ਇਹਨਾਂ ਨੂੰ ਇੱਥੋਂ ਤੱਕ ਕਿ ਹਿੰਦੂਆਂ ਦੀਆਂ ਜਿਹੜੇ ਕਸਾਈ ਸਨ, ਉਹਨਾਂ ਦੀਆਂ ਦੁਕਾਨਾਂ ਬੰਦ ਕਰਾ ਦਿੱਤੀਆਂ ਵੀ ਤੁਸੀਂ ਮਾਂਸ ਵੱਢਣ ਵਾਸਤੇ ਤਿੱਖੇ ਖੁਰਪੇ ਵੀ ਨਹੀਂ ਰੱਖ ਸਕੋਗੇ, ਤੁਸੀਂ ਟੋਕੇ ਵੀ ਨਹੀਂ ਰੱਖ ਸਕੋਗੇ। ਜੇ ਮਾਂਸ ਵੇਚਣਗੇ ਤੇ ਮੁਸਲਮਾਨ ਵੇਚਣਗੇ। ਹਿੰਦੂਆਂ ਤੋਂ ਇਹ ਵੀ ਹੱਕ ਖੋਹ ਲਿਆ ਸੀਗਾ। ਫਿਰ ਇੱਕ ਬੜੀ ਵੱਡੀ ਚੀਜ਼ ਸੀ, ਅੱਜ ਵੀ ਕਈ ਪਿੰਡਾਂ ਦੇ ਵਿੱਚ ਲੋਕ ਚੁਬਾਰਾ ਪਾਉਣ ਤੋਂ ਡਰਦੇ ਨੇ। ਕਈ ਇਲਾਕਿਆਂ ਦੇ ਵਿੱਚ ਲੋਕ ਚੁਬਾਰਾ ਨਹੀਂ ਪਾਉਂਦੇ। ਠੀਕ ਹੈ ਵੀ ਇਹ ਖਰਚੀਲਾ ਕੰਮ ਹੁੰਦਾ ਸੀ ਵੀ ਜਿਹੜੇ ਥੱਲੜਾ ਪੋਰਸ਼ਨ ਉਹ ਬੜਾ ਮਜ਼ਬੂਤ ਬਣਾਉਣਾ ਪੈਂਦਾ ਸੀ। ਹੁਣ ਤੇ ਚਲੋ ਤਰੱਕੀ ਬਹੁਤ ਹੋ ਗਈ, ਟੈਕਨੋਲੋਜੀ ਬਹੁਤ ਆ ਚੁੱਕੀ, ਪਰ ਪੁਰਾਣੇ ਜ਼ਮਾਨੇ ਦੇ ਵਿੱਚ ਇਹ ਇੱਕ ਹਾਕਮਾਂ ਨੇ ਜ਼ਬਰਦਸਤੀ ਇਹ ਚੀਜ਼ ਥੋਪੀ ਸੀ ਵੀ ਤੁਸੀਂ ਚੁਬਾਰਾ ਨਹੀਂ ਪਾ ਸਕਦੇ, ਕਿਉਂਕਿ ਚੁਬਾਰਾ ਸਰਦਾਰ ਬੰਦੇ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ, ਇੱਕ ਅਣਖੀ ਬੰਦੇ ਦੀ ਚੀਜ਼ ਗਿਣਿਆ ਜਾਂਦਾ ਸੀ। ਭਾਣਾ ਕਰਦੇ ਪੁਰਖ ਦਾ ਇਸ ਤਰ੍ਹਾਂ ਵਾਪਰਿਆ ਆ। ਸਤਿਗੁਰਾਂ ਨੇ ਤਰਸ ਕੀਤਾ, ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਤੁਹਾਨੂੰ ਚੁਬਾਰਾ ਨਹੀਂ ਬਣਾਉਣ ਦੇਣਾ। ਤੇ ਸਾਹਿਬ ਜੀ ਨੇ ਇੱਕ ਕਲਾ ਵਰਤਾਈ। ਮਾਲਕ ਜੀ ਕਹਿਣ ਲੱਗੇ ਤੁਸੀਂ ਕਹਿੰਦੇ ਹੋ ਵੀ ਮੈਂ ਤੁਹਾਨੂੰ ਇੱਕ ਪੱਗ ਨਹੀਂ ਬੰਨਣ ਦੇਣੀ। ਸਾਹਿਬ ਜੀ ਕਹਿੰਦੇ ਤੁਹਾਨੂੰ ਮਥਾਜੀ ਹੋਏਗੀ ਪੱਗਾਂ ਦੀ, ਮੈਂ ਆਪਣੇ ਸਿੱਖਾਂ ਨੂੰ ਦਸਤਾਰਾਂ ਦੇਵਾਂਗਾ, ਮੈਂ ਆਪਣੇ ਸਿੱਖਾਂ ਨੂੰ ਦਮਾਲੇ ਦੇਵਾਂਗਾ। ਤੇ ਅੱਜ ਵੀ ਜਿਹੜੇ ਗੁਰਸਿੱਖ ਸੂਝਵਾਨ ਨੇ, ਪਿਆਰ ਵਾਲੇ ਨੇ, ਮੈਂ ਰਲਗੜ ਦੀ ਗੱਲ ਕਦੇ ਨਾ ਕਰਦਾ, ਨਾ ਮੈਨੂੰ ਪਸੰਦ ਹੈ। ਦੋਗਲੇ ਬੰਦਿਆਂ ਦੀ ਮੇਰੇ ਕੋਲ ਕੋਈ ਗੁੰਜਾਇਸ਼ ਨਹੀਂ। ਪਰ ਜਿਹੜੇ ਅੱਜ ਵੀ ਗੁਰਸਿੱਖ ਬੰਦੇ ਨੇ ਉਹ ਇਵੇਂ ਦੀ ਭਾਵੇਂ ਪੱਗ ਬੰਨ੍ਹਦੇ ਹੋਣ, ਟੇਢੀ ਪੱਗ ਵੀ ਬੰਨ੍ਹਦੇ ਹੋਣ, ਤਦੇ ਵੀ ਉਹ ਛੋਟੀ ਦਸਤਾਰ ਨੀਚੇ ਬੰਨ੍ਹਦੇ ਹੀ ਬੰਨ੍ਹਦੇ ਨੇ। 2 ਮੀਟਰ 2.5 ਮੀਟਰ 3 ਮੀਟਰ ਜਿੰਨਾ ਜਿਸ ਦਾ ਸੁਭਾਅ ਬਣਿਆ ਆ। ਇੱਕ ਪੱਗ ਨੀਚੇ ਹੈ, ਇੱਕ ਉੱਪਰ ਹੈ। ਇਹ ਦੁਮਾਲਾ ਆ। 2 ਪੱਗਾਂ ਦਾ ਜੋੜ ਦੁਮਾਲਾ। ਸਾਹਿਬ ਜੀ ਕਹਿੰਦੇ ਤੁਸੀਂ ਕਹਿੰਦੇ ਹੋ ਅਸੀਂ ਤੁਹਾਨੂੰ ਸ਼ਸਤਰ ਨਹੀਂ ਰੱਖਣ ਦੇਣਾ, ਤੁਸੀਂ ਕਹਿੰਦੇ ਇੱਕ ਸ਼ਸਤਰ ਨਹੀਂ ਰੱਖਣ ਦੇਣਾ, ਮੈਂ 2 ਰੱਖਾਂਗਾ। ਉਮਰ 14 ਸਾਲ ਜੇ, ਇਹ ਗੱਲ ਯਾਦ ਰੱਖ ਲਿਆ ਜੇ, ਉਮਰ ਸਿਰਫ 14 ਸਾਲ। ਤੁਸੀਂ ਕਹਿੰਦੇ ਹੋ ਮੈਂ ਤੁਹਾਨੂੰ ਸ਼ਸਤਰ ਨਹੀਂ ਰੱਖਣ ਦੇਣਾ, ਤੁਸੀਂ ਇੱਕ ਨੂੰ ਰੋਣੇ ਹੋ, ਮੈਂ 2 ਰੱਖਾਂਗਾ, ਰੋਕ ਕੇ ਵਿਖਾਓ। ਤੇ ਰੱਖੀਆਂ ਨੇ
ਇਹ ਰੱਖੀਆਂ ਨੇ। ਹਿੰਦੁਸਤਾਨ ਦਾ ਕਾਨੂੰਨ ਵੀ ਇਹ ਗੱਲ ਕਹਿੰਦਾ ਆ, ਕੋਈ ਬੰਦਾ ਤੁਹਾਡੇ ਤੇ ਆਤਮਘਾਤੀ ਹਮਲਾ ਕਰੇ, ਕੋਈ ਹਮਲਾਵਰ ਤੁਹਾਨੂੰ ਮਾਰਨ ਵਾਸਤੇ ਕੋਸ਼ਿਸ਼ ਕਰੇ, ਤੁਸੀਂ ਆਪਣੀ ਰੱਖਿਆ ਵਾਸਤੇ ਕੋਈ ਵੀ ਚੀਜ਼ ਮੌਕੇ ਤੇ ਮੌਜੂਦ ਵਰਤ ਸਕਦੇ ਹੋ। ਮੌਕੇ ਤੇ ਮੌਜੂਦ ਤੁਸੀਂ ਚੀਜ਼ ਆਪਣੇ ਬਚਾਅ ਲਈ ਵਰਤ ਸਕਦੇ ਹੋ। ਇਹ ਹਿੰਦੁਸਤਾਨ ਦਾ ਕਾਨੂੰਨ ਕਹਿੰਦਾ ਆ। ਤੇ ਫਿਰ ਸਿੱਖਾਂ ਕੋਲ ਇਹ ਅਥਾਰਟੀ ਹੈ ਕਿ 3-5 ਕਰੇਗਾ ਕਿਰਪਾਨ ਨਾਲ ਅਸੀਂ ਅਗਲੇ ਨੂੰ। ਵੇਖੋ, ਮੇਰਾ ਇੱਕ ਬਚਨ ਧਿਆਨ ਵਿੱਚ ਰੱਖਣਾ, ਇਹ ਜਿਹੜਾ ਸ਼ਸਤਰ ਹੈ ਨਾ, ਇਹ ਕਾਰਵਾਈ ਹੋਣ ਹੀ ਨਹੀਂ ਦਿੰਦਾ। ਇਸ ਗੱਲ ਨੂੰ ਬੜੇ ਧਿਆਨ ਨਾਲ ਸਮਝਾ ਜੀ। ਇਹ ਘਟਨਾ ਹੋਣ ਹੀ ਨਹੀਂ ਦਿੰਦਾ। ਕਿਸੇ ਬੰਦੇ ਨੂੰ ਪਤਾ ਮੇਰਾ ਕਿਸੇ ਨਾਲ ਕੋਈ ਕੱਲ ਮਿਸਅੰਡਰਸਟੈਂਡਿੰਗ ਹੋ ਜਾਵੇ, ਕੋਈ ਲੜਾਈ ਝਗੜਾ ਹੋ ਜਾਵੇ, ਅਗਲੇ ਨੂੰ ਪਤਾ ਵੀ ਦਲਜੀਤ ਸਿੰਘ ਕੋਲ ਕੋਈ ਸ਼ਸਤਰ ਨਹੀਂ ਹੈ, ਕੋਈ ਇਹਨੇ ਕਿਰਪਾਨ ਨਹੀਂ ਪਾਇਆ, ਗਾਤਰਾ ਨਹੀਂ ਪਾਇਆ, ਅਗਲਾ ਝੱਟ ਦੇਣੇ ਮੇਰੇ ਗਲ ਪਾਏਗਾ, ਝੱਟ ਦੇਣੇ ਗਲ ਨੂੰ ਪਊਗਾ ਵੀ ਆ ਫੜ ਕੇ ਕਰੀ ਸਰਦਾਰ ਨੂੰ। ਪਰ ਜੋ ਉੱਪਰ ਦੀ ਗਾਤਰਾ ਪਾਇਆ ਹੈਗਾ, ਕਿਰਪਾਨ ਪਾਈ ਹੋਏਗੀ, ਮੈਂ ਕਹਿੰਦਾ ਭਾਵੇਂ ਜਾਣੇ ਅਣਜਾਣੇ ਗਲਤੀ ਹੋ ਵੀ ਜਾਵੇ, ਬੰਦੇ ਤੋਂ ਹੀ ਹੁੰਦੀਆਂ ਨੇ, ਕੋਈ ਦੋਰਾਵਾ ਨਹੀਂ ਕਿ ਮੈਂ ਗਲਤੀ ਨਹੀਂ ਕਰ ਸਕਦਾ, ਕੋਈ ਵੀ ਕਰ ਸਕਦਾ ਹੈ। ਪਰ ਅਗਲਾ 100 ਵਾਰੀ ਸੋਚੇਗਾ ਗਲ ਪੈਣ ਤੋਂ ਪਹਿਲਾਂ ਵੀ ਇਹਦੇ ਕੋਲ ਕਿਰਪਾਨ ਆ, ਜੇ ਕਿਤੇ ਮੇਰੇ ਨੇੜੇ ਲੱਗਾ ਇਹਨੇ ਟਪਾ ਦੇਣਾ ਆ, ਇਹਨੇ ਟਪਾ ਦੇਣਾ। ਤੇ ਇਹ ਸੱਚਾਈ ਹੈ ਸੰਸਾਰ ਦੇ ਵਿੱਚ ਹਮੇਸ਼ਾ। ਜੇ ਵੇਖੀਏ, ਵੈਸੇ ਆਪਾਂ ਇਹ ਗੱਲ ਕਹਿੰਦੇ ਵੀ ਦੁਨੀਆ ਪ੍ਰੇਮ ਨਾਲ ਵਸ ਹੁੰਦੀ ਹੈ, ਇਹ ਗੱਲ ਠੀਕ ਹੈ, ਪਰ ਪ੍ਰੇਮ ਵੀ ਬੰਦਿਆਂ 'ਚ ਕੰਮ ਕਰਦਾ, ਪੱਥਰ ਦਿਲਾਂ ਵਿੱਚ ਨਹੀਂ ਕੰਮ ਕਰਦਾ। ਪੱਥਰ ਦਿਲਾਂ ਨੂੰ ਡੇਗਣ ਵਾਸਤੇ ਤੇ ਫਿਰ ਡੰਡਾ ਪੀਰ ਵਿਗੜਿਆਂ ਤਿਗੜਿਆਂ ਦਾ। ਸਾਹਿਬ ਜੀ ਨੇ 2 ਕਿਰਪਾਨਾਂ ਰੱਖੀਆਂ। ਇਹ ਕਹਿੰਦੇ ਸਨ ਅਸੀਂ ਤੁਹਾਨੂੰ ਚੁਬਾਰਾ ਨਹੀਂ ਪਾਉਣ ਦੇਣਾ, ਚੁਬਾਰਾ ਨਹੀਂ ਪਾਉਣ ਦੇਣਾ। ਦਿੱਲੀ ਦਾ ਜਿਹੜਾ ਤਖਤ ਸੀ, ਅੱਜ ਵੀ ਲਾਲ ਕਿਲੇ ਵਿੱਚ ਵੇਖੋਗੇ ਤੁਸੀਂ, 10 ਫੁੱਟ ਉੱਚਾ ਆ, 10 ਫੁੱਟ ਉੱਚਾ। ਅਕਾਲ ਤਖਤ ਸਾਹਿਬ ਦਾ ਥੜਾ ਸਾਹਿਬ ਤੁਸੀਂ ਵੇਖੋਗੇ 12 ਫੁੱਟ ਉੱਚਾ ਹੈ। ਸਾਹਿਬ ਜੀ ਕਹਿੰਦੇ ਤੁਹਾਡੇ ਤੋਂ ਉੱਪਰ ਜਾਣਾ, ਨੀਚੇ ਨਹੀਂ ਆਉਣਾ, ਤੁਹਾਡੇ ਤੋਂ ਉੱਪਰ ਜਾਵਾਂਗੇ। ਤੇ ਸਾਹਿਬ ਨੇ ਚੀਜ਼ਾਂ ਉਹ ਰੱਖੀਆਂ ਜਿਹੜੀਆਂ ਸ਼ਾਹੀ ਸਨ। ਸਾਹਿਬ ਨੇ ਘੋੜਾ ਰੱਖਿਆ, ਬਾਜ ਰੱਖੇ, ਸੈਨਾ ਰੱਖੀ। ਇੱਥੋਂ ਤੱਕ ਆਮ ਤੌਰ ਤੇ ਵਿਆਹ ਕਾਰਜਾਂ ਵੇਲੇ ਮੁੰਡੇ ਕਲਗੀਆਂ ਲਾਉਂਦੇ ਨੇ, ਅੱਜ ਅਸੀਂ ਨਹੀਂ ਲਾਉਂਦੇ। ਵੈਸੇ ਸਾਡੇ ਤੇ ਕਈ ਵਿਚਾਰੇ ਵਿਰੋਧ ਕਰਦੇ ਨੇ, ਚਲੋ ਮਰਜ਼ੀ ਹੈ, ਮੈਂ ਇਸ ਵਿਸ਼ੇ 'ਚ ਨਹੀਂ ਪੈਣਾ। ਪਰ ਸਾਹਿਬ ਕਲਗੀ ਵੀ ਲਾਉਂਦੇ ਰਹੇ। ਆਪਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਆ, ਪਰ ਕਲਗੀ ਲਾਉਣੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਸ਼ੁਰੂ ਹੋ ਜਾਂਦੀ ਹੈ। ਸਾਹਿਬ ਜੀ ਖੁਦ ਕਲਗੀ ਸਜਾਉਂਦੇ ਰਹੇ, ਉਹ ਦੱਸਣ ਵਾਸਤੇ ਵੀ ਜੇ ਤੇਰੇ ਵਿੱਚ ਅਣਖ ਹੈ ਤੇ ਲਲਕਾਰ ਕੇ ਵੇਖ ਲੈ। ਕਿਉਂਕਿ ਕਿਸੇ ਅਜੀਜ਼ ਨੇ ਬੜਾ ਸੋਹਣਾ ਲਿਖਿਆ ਸੀਗਾ, ਕਹਿੰਦੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਦਾ ਵੱਲ ਤੇ ਮੁਗਲਾਂ ਨੂੰ ਆ ਗਿਆ ਸੀਗਾ, ਪਰ ਜਿਹੜੇ ਜੁਗਤ ਸ਼ਹੀਦ ਹੋਣ ਵੇਲੇ ਗੁਰੂ ਅਰਜਨ ਸਾਹਿਬ ਮਹਾਰਾਜ ਵਰਤ ਗਏ, ਉਹ ਮੁਗਲਾਂ ਨੂੰ ਅੱਜ ਤੱਕ ਸਮਝ ਨਹੀਂ ਆਈ, ਉਹ ਜ਼ਾਲਮ ਸਰਕਾਰਾਂ ਨੂੰ ਅੱਜ ਤੱਕ ਸਮਝ ਨਹੀਂ ਆਈ। ਉਹਨਾਂ ਨੇ ਤਵੀ ਨੂੰ ਤੱਤਿਆਂ ਜ਼ਰੂਰ ਕਰ ਲਿਆ, ਉਹਨੂੰ ਗਰਮ ਕਰਕੇ ਤੱਤਾ ਕਰਕੇ ਉਹਦੇ ਤੋਂ ਕੱਢਣਾ ਕੀ ਏ, ਇਹ ਸਿਰਫ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਆਉਂਦਾ ਸੀ, ਹੋਰ ਕਿਸੇ ਨੂੰ ਨਹੀਂ ਪਤਾ ਸੀ। ਕਿਸੇ ਵਿਦਵਾਨ ਪੁਰਖ ਨੇ ਜ਼ਿਕਰ ਕੀਤਾ ਕਿ ਉਹ ਤੁਹਾਡੇ ਸਾਹਮਣੇ ਤੱਤੀ ਤਵੀ ਏ, ਉਹ ਤਪਦੀ ਹੋਈ ਤੱਤੀ ਤਵੀ ਏ ਜਿਹੜੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਨੂੰ ਖਾ ਗਈ। ਪਰ ਨਹੀਂ, ਇਸ ਕੌਮ ਨੂੰ ਉਭਾਰਨ ਵਾਸਤੇ ਇਸ ਤੱਤੀ ਤਵੀ ਦੀ ਬੜੀ ਲੋੜ ਸੀਗੀ, ਕਿਉਂਕਿ ਜਿੰਨਾ ਲੋਹਾ ਗਰਮ ਹੋਏਗਾ ਉਨਾ ਪੱਕਾ ਹੋਏਗਾ, ਉਨਾ ਜ਼ਿਆਦਾ ਹੰਡਣਸਾਰ ਹੋਏਗਾ, ਉਨਾ ਜ਼ਿਆਦਾ ਲੰਮਾ ਸਮਾਂ ਉਵਰਤਿਆ ਜਾਂਦਾ ਹੈ। ਸਮਾਂ ਬਣਿਆ, ਹਾਲਾਤ ਖਿਲਾਫ ਹੋਏ। ਇੱਕ ਨੁਕਤਾ ਮੇਰੀ ਜ਼ਿੰਦਗੀ ਦੇ ਵਿੱਚ ਜੋ ਮੈਨੂੰ ਅੱਜ ਤੱਕ ਗੱਲ ਸਮਝ ਆਈ ਹੈ, ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈ। ਸਾਡੇ ਧਰਮ ਨੂੰ ਹਮੇਸ਼ਾ ਘਾਟਾ ਇਸ ਕਰਕੇ ਨਹੀਂ ਪਿਆ ਕਿ ਅਸੀਂ ਲੋਕ ਸ਼ਸਤਰਧਾਰੀ ਹਾਂ। ਮੇਰੀ ਗੱਲ ਨੂੰ ਧਿਆਨ 'ਚ ਰੱਖਣਾ, ਸਾਨੂੰ ਕਦੇ ਜ਼ਿੰਦਗੀ ਵਿੱਚ ਘਾਟਾ ਇਸ ਚੀਜ਼ ਦਾ ਨਹੀਂ ਪਿਆ ਵੀ ਅਸੀਂ ਲੋਕ ਸ਼ਸਤਰ ਧਾਰਨ ਕੀਤੇ ਨੇ, ਪੱਗਾਂ ਬੰਨ੍ਹਦੇ ਆ, ਦਾੜੀਆਂ ਰੱਖੀਆਂ ਨੇ। ਲੋਕਾਂ ਨੂੰ ਇਸ ਚੀਜ਼ ਤੋਂ ਦਿੱਕਤ ਨਹੀਂ ਹੈ। ਦਿੱਕਤ ਇਸ ਚੀਜ਼ ਤੋਂ ਵੀ ਅਸੀਂ ਚੋਰਾਂ ਵਿੱਚ ਸਾਧ ਬੈਠੇ ਹਾਂ। ਸਾਰੀ ਦੁਨੀਆ ਭੁੱਖੀ ਮਰਦੀ ਪਈ ਏ, ਤੁਹਾਨੂੰ ਕੀ ਬਿਪਤਾ ਪਈ ਏ ਵੀ ਕਿੱਥੇ ਖਾਲਸਾ ਏਡ ਵਾਲੇ ਅਮਰੀਕਾ ਬੈਠੇ ਨੇ, ਤੁਹਾਨੂੰ ਕੀ ਬਿਪਤਾ ਪਈ ਏ। ਅਗਲੇ ਆਪਸ ਵਿੱਚ ਬਰਾਦਰੀਆਂ ਲੜਦੀਆਂ ਨੇ, ਸਰਕਾਰਾਂ ਇੱਕ ਦੂਜੇ ਖਿਲਾਫ ਲੜਦੇ, ਤੁਸੀਂ ਜਾ ਕੇ ਲੰਗਰ ਲਾ ਦਿੰਦੇ। ਅਸੀਂ ਕਿਸੇ ਫੌਜ ਦੀ ਹਮਾਇਤ ਨਹੀਂ ਨਾ ਕਰਦੇ, ਜੋ ਮਰਜ਼ੀ ਹੋਵੇ, ਗਲਤੀ ਕਹਿੰਦੀ ਹੈ ਸਾਨੂੰ ਕੋਈ ਮਤਲਬ ਨਹੀਂਗਾ, ਜਿੱਧਰ ਉਹ ਜਾੜਾ ਪੈਂਦਾ ਸੀ ਉਧਰ ਖੜ ਦਿੰਦੇ। ਸਾਡਾ ਹਮੇਸ਼ਾ ਜਿਹੜਾ ਦੁਸ਼ਮਣ ਹੈ ਨਾ, ਉਹ ਸਾਡੀਆਂ ਇਹਨਾਂ ਗੱਲਾਂ ਦਾ ਹੀ
ਕਿਤੇ ਨਾ ਕਿਤੇ ਸਾਡੀ ਖਿਲਾਫਤ ਕਰਦਾ। ਇਹਨਾਂ ਗੱਲਾਂ ਕਰਕੇ ਹੀ ਸਾਨੂੰ ਮਾਰਨ ਲਈ ਉਤਾਵਲਾ ਹੈ ਵੀ ਅਸੀਂ ਚੱਜ ਦਾ ਕੰਮ ਕਰਨਾ ਕੋਈ ਨਹੀਂ, ਇਹ ਕਿਉਂ ਕਰਦੇ ਨੇ? ਲੋਕ ਭੁੱਖੇ ਮਰਦੇ ਨੇ, ਲੋਕ ਭੁੱਖੇ ਮਰਦੇ ਨੇ, ਇਹ ਲੰਗਰ ਲਾਉਂਦੇ ਨੇ। ਅਸੀਂ ਪਾਣੀ ਥੱਲੇ ਲਿਜਾਣ ਨੂੰ ਫਿਰਦੇ, ਇਹ ਛਬੀਲਾਂ ਲਾਉਂਦੇ ਨੇ। ਅਸੀਂ ਲੋਕਾਂ ਨੂੰ ਗਰੀਬ ਕਰਨ ਤੇ ਤੁਲੇ ਹੋਏ ਆ, ਇਹ ਗਰੀਬਾਂ ਦੇ ਹੱਕ ਵਿੱਚ ਖੜ ਜਾਂਦੇ ਨੇ। ਸਰਕਾਰਾਂ ਨੂੰ, ਦੁਸ਼ਮਣਾਂ ਨੂੰ ਸਾਡੀਆਂ ਪੱਗਾਂ ਤੋਂ, ਸਾਡੀਆਂ ਦਾੜੀਆਂ ਤੋਂ, ਸਾਡੇ ਕਿਰਪਾਨਾਂ ਤੋਂ ਕੋਈ ਦਿੱਕਤ ਨਹੀਂ ਗੀ। ਦਿੱਕਤ ਹੈ ਇਹਨਾਂ ਨੂੰ ਸਾਡੇ ਕੰਮਾਂ ਤੋਂ, ਵੀ ਇਹ ਚੰਗਾ ਕਿਉਂ ਕਰਦੇ ਨੇ। ਤੇ ਇਹ ਜਿਹੜੀ ਘਟਨਾ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ, ਗੁਰੂ ਅਰਜਨ ਸਾਹਿਬ ਮਹਾਰਾਜ ਦੇ ਜੀਵਨ ਵਿੱਚ ਬਖੂਬੀ ਦਿਸਦੀ ਹੈ। ਇੱਕ ਸਮਾਂ ਹਿੰਦੁਸਤਾਨ ਦੇ ਵਿੱਚ, ਜਿਹੜਾ ਉੱਤਰੀ ਭਾਰਤ ਹੈ, ਦਿੱਲੀ ਤੱਕ ਇੱਕ ਤਾਪ ਐਵੇਂ ਦਾ ਚੱਲ ਪਿਆ ਸੀਗਾ ਕਿ ਉਸ ਤਾਪ ਨੂੰ ਬਸ ਹੋਣ ਦੀ ਦੇਰ, ਬੰਦਾ 24 ਘੰਟਿਆਂ ਦੇ ਵਿੱਚ ਖਤਮ। ਤੇ ਲਾਹੌਰ ਦੀ ਸੰਗਤ ਨੇ ਬੇਨਤੀ ਕੀਤੀ ਵੀ ਸਾਡੇ ਕੋਲ ਤੇ ਖਾਣ ਨੂੰ ਵੀ ਕੁਝ ਨਹੀਂ ਬਚਿਆ, ਤੁਸੀਂ ਸਾਡੀ ਸਹਾਇਤਾ ਕਰੋ। ਈਵਨ ਕਿ ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਵੀ ਲਾਹੌਰ ਵਿੱਚ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਗਏ ਨੇ, ਸੰਗਤਾਂ ਦੀ ਸੇਵਾ ਕਰਦੇ ਨੇ। ਆਪਣਾ ਤਕਰੀਬਨ 1.5, 2 ਸਾਲ, 4 ਸਾਲ ਦਾ ਪੁੱਤਰ ਲੈ ਕੇ ਗਏ ਨੇ, ਕਿਉਂਕਿ ਬੱਚਿਆਂ ਨੂੰ ਤੇ ਜ਼ਿਆਦਾ ਦਿੱਕਤ ਹੁੰਦੀ, ਬੱਚਿਆਂ ਦੇ ਲਈ ਤੇ ਜ਼ਿਆਦਾ ਖਤਰਾ ਹੈ। ਜੇ ਬਿਮਾਰੀ ਲੱਗ ਗਈ ਤੇ ਉਹਨੇ ਕਿਹੜੇ ਸਹੀ ਸੇ ਦੱਸ ਦੇਣਾ ਮੈਨੂੰ ਆਹ ਕੁਝ ਹੁੰਦਾ ਆ। ਪਰ ਗੁਰੂ ਸਾਹਿਬ ਜੀ ਆਪਣਾ ਪੁੱਤਰ ਨਾਲ ਲੈ ਕੇ ਗਏ ਨੇ, ਤੇ ਉੱਥੇ ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਬੈਠਾ ਆ, ਉਹਦੇ ਅੰਦਰ ਇੱਕ ਪੀੜ ਛਿੜੀ ਵੀ ਜੇ ਇਹ ਬੰਦੇ ਚੰਗੇ ਕੰਮ ਕਰਨਗੇ ਤੇ ਸਾਨੂੰ ਕਿਹਨੇ ਪੁੱਛਣਾ ਆ? ਜੇ ਇਹ ਚੰਗੇ ਕੰਮ ਕਰਨਗੇ ਸਾਨੂੰ ਕਿਹਨੇ ਪੁੱਛਣਾ? ਇਹੀ ਘਟਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਹੁੰਦੀ ਹੈ। ਉਦੋਂ ਵੀ ਗੁਰੂ ਸਾਹਿਬ ਜੀ ਕਸ਼ਮੀਰ ਦੇ ਵਿੱਚ ਕਾਲ ਪਿਆ, ਸੰਗਤ ਨੇ ਬੇਨਤੀ ਕੀਤੀ, ਸਾਹਿਬ ਜੀ ਸਾਡੇ ਕੋਲ ਖਾਣ ਨੂੰ ਕੁਝ ਨਹੀਂ ਬਚਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਹੁਕਮਨਾਮੇ ਭੇਜੇ ਵੀ ਸਾਡਾ ਜਿਹੜਾ ਦਸਵੰਧ ਹੈ ਉਹ ਕਸ਼ਮੀਰ ਦੀ ਸੰਗਤ ਨੂੰ ਜਾਣਾ ਚਾਹੀਦਾ। ਉੱਥੇ ਜਾ ਕੇ ਫਿਰ ਲੰਗਰ ਚੱਲਦੇ ਨੇ, ਜਿਹੜੇ ਬਿਮਾਰ ਨੇ ਉਹਨਾਂ ਦਾ ਇਲਾਜ ਹੁੰਦਾ ਹੈ। ਉਸ ਸਮੇਂ ਵੀ ਹਿੰਦੁਸਤਾਨ ਦਾ ਬਾਦਸ਼ਾਹ ਕਸ਼ਮੀਰ ਵਿੱਚ ਬੈਠਾ ਹੈ, ਉਹਨੂੰ ਇਸ ਗੱਲ ਤੋਂ ਬੜੀ ਦਿੱਕਤ ਹੁੰਦੀ ਹੈ, ਬੜੀ ਔਖ ਆਉਂਦੀ ਹੈ ਕਿ ਅਸੀਂ ਤਾਂ ਕੁਝ ਆਪਣੇ ਲੋਕਾਂ ਲਈ ਕਰਦੇ ਨਹੀਂ ਪਏ, ਇਹ ਕਾਹਤੋਂ ਲੰਗਰ ਲਾਉਂਦੇ ਪਏ ਨੇ? ਅਸੀਂ ਤੇ ਆਪਣੇ ਲੋਕਾਂ ਨੂੰ ਮਰਨ ਲਈ ਸੁੱਟ ਰੱਖਿਆ, ਇਹ ਲੋਕ ਕਾਹਤੋਂ ਸਾਡੇ ਲੋਕਾਂ ਦਾ ਇਲਾਜ ਕਰਦੇ ਪਏ ਨੇ? ਰਾਜਾ ਮੈਂ, ਕੁਦਰਤੀ ਜੀ ਗੱਲ ਹੈ ਵੀ ਮੈਂ ਕੁਝ ਕਰ ਨਹੀਂ ਰਿਹਾ, ਕੋਈ ਦੂਜਾ ਕਰ ਰਿਹਾ, ਲੋਕ ਮੈਨੂੰ ਰਿਜੈਕਟ ਕਰਨਗੇ, ਲੋਕ ਮੇਰੇ ਖਿਲਾਫ ਹੋਣਗੇ, ਮੈਨੂੰ ਪਿਆਰ ਨਹੀਂ ਕਰਨਗੇ, ਕਿਸੇ ਦੂਜੇ ਨੂੰ ਕਰਨਗੇ। ਇਹਨਾਂ ਗੱਲਾਂ ਦਾ ਇੱਕ ਰਿਜ਼ਲਟ ਨਿਕਲਿਆ। ਜਦੋਂ ਬਾਦਸ਼ਾਹ ਆਗਰੇ ਵਾਪਸ ਆਇਆ, ਉਹਨੇ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ। ਜਿਹੜਾ ਹੀਰਾ ਨਾ, ਸਿਆਣਿਆਂ ਦੀ ਇੱਕ ਕਹਾਵਤ ਹੈ ਵੀ ਜਿਹੜੇ ਗੋਦੜੀਆਂ ਦੇ ਲਾਲ ਨੇ ਉਹ ਛੁਪਾਇਆ ਛੁਪਦੇ ਨਹੀਂ ਹੁੰਦੇ। ਉਹਨੇ ਕੈਦ ਕਰਕੇ ਗੁਰੂ ਸਾਹਿਬ ਜੀ ਨੂੰ ਆਗਰੇ ਦੇ ਕਿਲੇ ਵਿੱਚ ਰੱਖਿਆ ਆ। ਸੱਚ ਉਹ ਕਿਲਾ ਵੀ ਅੱਜ ਗੁਰਦੁਆਰਾ ਬਣ ਗਿਆ ਸੀ, ਕਿਉਂਕਿ ਅੰਦਰ ਸੱਚ ਹੈ, ਕੁਫਰ ਨਹੀਂ ਗਾ, ਝੂਠ ਨਹੀਂ ਗਾ। ਜਿਹੜੇ ਉਥੋਂ ਦੇ ਜੇਲਰ ਨੇ, ਜਿਹੜੇ ਉਥੋਂ ਦੇ ਮੁਖੀਏ ਨੇ, ਉਹ ਗੁਰੂ ਸਾਹਿਬ ਜੀ ਦੇ ਸਿੱਖ ਬਣ ਗਏ। ਪ੍ਰਭਾਵ ਕਾਹਦਾ ਕਹਿਣੀ ਕਰਨੀ ਦਾ, ਤੇ ਕਰਤੇ ਦੀ ਕਲਾ ਵਰਤੀ, ਕਰਤੇ ਦੀ ਰਹਿਮਤ ਵਰਤੀ ਕਿ ਜਦੋਂ ਸ਼ਾਹਜਹਾਨ ਨੂੰ ਬੜੀ ਦਿੱਕਤ ਆਈ, ਅੱਗੇ ਬਹੁਤ ਬਿਮਾਰ ਹੋਇਆ, ਤੇ ਫਿਰ ਇਹਨੇ ਕੋਸ਼ਿਸ਼ ਕੀਤੀ ਵੀ ਮੈਂ ਕੁਝ ਨਾ ਕੁਝ ਚੰਗਾ ਕਰਾਂ। ਇਹਨੇ ਆਪਣੇ ਕਾਜ਼ੀਆਂ ਮੰਤਰੀਆਂ ਦੀ ਸਲਾਹ ਲਈ, ਮੈਂ ਜ਼ਿੰਦਗੀ ਵਿੱਚ ਕਿਹੜਾ ਚੰਗਾ ਕੰਮ ਕਰਾਂ ਵੀ ਮੈਨੂੰ ਬਿਮਾਰੀ ਤੋਂ ਛੁਟਕਾਰਾ ਮਿਲ ਜਾਏ। ਤੇ ਉਹਨਾਂ ਨੇ ਕਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਛੱਡ ਦੇ। ਇਹਨੇ ਕਿਹਾ ਜੀ ਠੀਕ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਗਏ, ਤੁਹਾਡੀ ਰਿਹਾਈ ਦਾ ਹੁਕਮ ਹੋ ਗਿਆ, ਸਾਹਿਬ ਜੀ ਕਹਿੰਦੇ ਕੱਲਿਆ ਨਹੀਂ ਜਾਣਾ, ਜਿੰਨੇ ਨੇ ਸਾਰੇ ਲੈ ਕੇ ਜਾਣਗੇ, ਜਿੰਨੇ ਨੇ ਸਾਰੇ ਲੈ ਕੇ ਜਾਣਗੇ। ਤੇ ਸਾਡੇ ਇਤਿਹਾਸ ਨੇ ਜ਼ਿਕਰ ਕੀਤਾ, ਸਾਹਿਬ ਜੀ ਨੇ 52 ਕਲੀਆਂ ਵਾਲਾ ਚੋਲਾ ਪਾਇਆ ਤੇ 52 ਰਾਜੇ ਨਾਲ ਆਏ। ਉਹ ਕਲਾ ਕਿਸ ਚੀਜ਼ ਦੀ ਹੈ? ਉਹ ਸੱਚ ਦੀ ਹੈ। ਉਹ ਸੱਚ ਦੀ ਇੱਕ ਖੇਡ ਐਵੇਂ ਦੀ ਹੈ, ਇਹਨੂੰ ਕੋਈ ਡੇਗਣਾ ਚਾਹੇ ਡੇਗ ਨਹੀਂ ਸਕਦਾ। ਹੁਣ ਮੈਂ ਸਿਰਫ ਇੱਕ ਪੱਖ ਆਪ ਸੰਗਤਾਂ ਦੇ ਸਾਹਮਣੇ ਗੁਰੂ ਸਾਹਿਬ ਜੀ ਦਾ ਰੱਖਿਆ, ਗੁਰੂ ਸਾਹਿਬ ਜੀ ਨੇ ਰਾਜਸੀ ਕੰਮ ਕਾਰ ਕਿਹੜੇ ਕੀਤੇ। ਹੁਣ ਮੈਂ ਦੂਸਰਾ ਪੱਖ ਰੱਖਣ ਲੱਗਾ, ਜਿਹੜਾ ਸਾਡਾ ਉਹਨਾਂ ਨਾਲ ਸੰਬੰਧ ਹੈ, ਉਹ ਹੈ ਪ੍ਰੇਮ ਦੀ ਖੇਡ ਵਾਲਾ। ਤੇ ਪ੍ਰੇਮ ਦੀ ਖੇਡ ਵਿੱਚ ਸਤਿਗੁਰੂ ਕਿੱਥੋਂ ਤੱਕ ਗਏ ਨੇ, ਕਿੱਥੋਂ ਤੱਕ ਗਏ ਨੇ। ਇੱਕ ਮੋਹਸਨ ਫਾਨੀ ਲੇਖਕ ਹੋਇਆ ਹੈ, ਮੋਹਸਨ ਫਾਨੀ, ਇਹਨੇ ਇੱਕ ਕਿਤਾਬ ਲਿਖੀ ਦਬਿਸਤਾਨ ਮਜ਼ਾਹਿਬ, ਸਿੱਖਾਂ ਦੀ ਦਾਸਤਾਨ।
ਉਹਦੇ ਵਿੱਚ ਉਹ ਜ਼ਿਕਰ ਕਰਦਾ, ਕਹਿੰਦਾ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜੰਗ ਦੇ ਮੈਦਾਨ ਵਿੱਚ ਤਲਵਾਰ ਚਲਾਉਂਦਿਆਂ ਵੇਖਿਆ। ਮੈਨੂੰ ਸਮਝ ਨਹੀਂ ਆਈ ਅੱਜ ਤੱਕ ਵੀ ਗੁਰੂ ਸਾਹਿਬ ਜੀ ਜੰਗ ਦੇ ਮੈਦਾਨ ਵਿੱਚ ਨੇ ਕਿ ਆਪਣੇ ਘਰੇ ਬੈਠੇ ਨੇ, ਕਿਉਂਕਿ ਜਦੋਂ ਜੰਗ ਲੜਨਾ ਬੰਦੇ ਦੇ ਚਿਹਰੇ ਤੇ ਗੁੱਸੇ ਦੇ ਹਾਵ ਭਾਵ ਚਾਹੀਦੇ ਨੇ, ਸੂਰਬੀਰਤਾ ਦੇ ਹਾਵ ਭਾਵ ਚਾਹੀਦੇ ਨੇ। ਪਰ ਕਹਿੰਦਾ ਮੈਂ ਜਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜੰਗ ਵਿੱਚ ਲੜਦਿਆਂ ਵੇਖਿਆ, ਮੈਂ ਉਹਨਾਂ ਨੂੰ ਮੁਸਕਰਾਉਂਦੇ ਹੀ ਤੱਕਿਆ, ਮੈਂ ਉਹਨਾਂ ਦੇ ਮੱਥੇ ਉੱਪਰ ਤਿਉੜੀਆਂ ਨਹੀਂ ਵੇਖੀਆਂ। ਮੈਨੂੰ ਜਾਪਿਆ ਹੀ ਨਹੀਂ ਉਹ ਜੰਗ ਦੇ ਮੈਦਾਨ ਵਿੱਚ ਨੇ ਕਿ ਆਪਣੇ ਘਰੇ। ਮੈਨੂੰ ਮਹਿਸੂਸ ਹੀ ਨਹੀਂ, ਮੈਨੂੰ ਇਹ ਲੱਗਦਾ ਉਹ ਹਰ ਵੇਲੇ ਖੇੜੇ ਵਿੱਚ ਨੇ। ਤੇ ਇਹ ਗੱਲ ਸੱਚ ਹੈ। 4 ਜੰਗਾਂ ਲੜੀਆਂ, ਕਿਸੇ ਨੂੰ ਹਰਾਉਣ ਲਈ ਨਹੀਂ, ਆਪਣੇ ਬਚਾਅ ਲਈ। ਇਹ ਵੱਖਰੀ ਗੱਲ ਹੈ ਵੀ ਆਪਣਾ ਬਚਾਅ ਕਰਦਿਆਂ ਕਰਦਿਆਂ ਕੋਈ ਹਾਰ ਜਾਵੇ ਤੇ ਹਾਰ ਜਾਵੇ, ਕੋਈ ਤਾਕਤ ਸੱਤਾ ਮੱਲਣ ਲਈ ਨਹੀਂ। ਪਰ ਇਹ ਇੱਕ ਕਲਾ ਹੈ, ਇੱਕ ਖੇਡ ਹੈ। ਸਰਕਾਰੀ ਦਰਬਾਰੇ ਲੋਕ ਬੜੇ ਪੰਗੇ ਲੈਂਦੇ ਸਨ ਸਾਹਿਬ ਜੀ, ਸਭ ਤੋਂ ਪਾਸੇ ਹਟ ਕੇ ਫਿਰ ਸਭ ਪਾਸਿਆਂ ਨੂੰ ਬਰਾਬਰ ਰੱਖ ਕੇ ਇਸ ਸੰਸਾਰ ਵਿੱਚ ਚੱਲੇ ਨੇ। ਇਸ ਤੋਂ ਅਗਲਾ ਬਚਾ ਆਪ ਜੀ ਨੇ ਨਾਮ ਸੁਣਿਆ ਹੋਵੇਗਾ, ਮਾਈ ਭਾਗ ਭਰੀ, ਕਸ਼ਮੀਰ ਦੀ ਰਹਿਣ ਵਾਲੀ ਸੀ। ਹਿਰਦੇ ਵਿੱਚ ਪ੍ਰੇਮ ਜਾਗਿਆ, ਸਾਹਿਬ ਜੀ ਵਾਸਤੇ ਚੋਲਾ ਤਿਆਰ ਕੀਤਾ। ਆਂਢੀ ਗਵਾਂਢੀ ਮਜ਼ਾਕ ਕਰਦੇ ਨੇ ਕਿ ਤੁਸੀਂ ਚੋਲਾ ਤੇ ਬਣਾ ਰਹੇ ਹੋ, ਪਰ ਅੰਮ੍ਰਿਤਸਰ ਕਿੱਥੇ, ਕਸ਼ਮੀਰ ਕਿੱਥੇ, ਸਾਹਿਬ ਜੀ ਕਦੋਂ ਹੋਣ ਲੱਗੇ ਨੇ? ਇੱਕ ਘਰ ਵਿੱਚ ਪੁੱਤਰ ਹੈ, ਉਹਨੇ ਹਮੇਸ਼ਾ ਹੀ ਇਹ ਗੱਲ ਕਹਿਣੀ, ਮਾਂ ਤੇਰੀ ਭਾਵਨਾ ਨੂੰ ਸਤਿਗੁਰੂ ਫਲ ਲਾਉਣਗੇ, ਤੇਰੀ ਭਾਵਨਾ ਸਤਿਗੁਰੂ ਜ਼ਰੂਰ ਪੂਰੀ ਕਰਨਗੇ। ਇੱਕ ਸਮਾਂ ਬਣਿਆ, ਸਮਾਂ ਇੱਥੋਂ ਤੱਕ ਬਣ ਗਿਆ, ਸਤਿਗੁਰਾਂ ਦੇ ਹੁਕਮ ਵਿੱਚ ਕਲਾ ਵਰਤੀ, ਘਰ ਦਾ ਦਰਵਾਜ਼ਾ ਖੜਕਿਆ, ਪੁੱਤਰ ਨੇ ਦਰਵਾਜ਼ਾ ਖੋਲਿਆ। ਉਹਨਾਂ ਨੂੰ ਪਤਾ ਤੇ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਪਰ ਝਾਕਾ ਪੈਂਦਾ, ਪੂਰਾ ਯਕੀਨ ਨਹੀਂ। ਮਾਈ ਭਾਗ ਭਰੀ ਦੇ ਕੋਲ ਗਏ, ਅੰਦਰ ਦੀਆਂ ਜਾਣਨ ਵਾਲੇ ਅੰਦਰ ਦੀ ਗੱਲ ਸਮਝ ਜਾਂਦੇ ਨੇ, ਅੱਖਾਂ ਤੋਂ ਦਿਸਣਾ ਘੱਟ ਹੋ ਗਿਆ। ਤੇ ਗੁਰੂ ਸਾਹਿਬ ਜੀ ਮਾਤਾ ਭਾਗ ਭਰੀ ਕੋਲ ਪਹੁੰਚੇ, ਦੱਸਿਆ ਮੈਂ ਅੰਮ੍ਰਿਤਸਰ ਤੋਂ ਹਰਗੋਬਿੰਦ ਆਇਆ, ਪੈਰੀ ਹੱਥ ਲਾਏ ਨੇ। ਮਾਤਾ ਭਾਗ ਭਰੀ ਨੇ ਨਮਸਕਾਰ ਵੰਦਨਾ ਕੀਤੀ ਤੇ ਸਾਹਿਬ ਨੇ ਘੁੱਟ ਕੇ ਸੀਨੇ ਲਾ ਲਾਇਆ, ਮਾਂ ਮੈਂ ਤੈਨੂੰ ਮਿਲਣ ਵਾਸਤੇ ਆਇਆ ਹਾਂ, ਲਿਆ ਤੇ ਸਹੀ, ਕਿਹੜਾ ਸੋਹਣਾ ਚੋਲਾ ਮੇਰੇ ਵਾਸਤੇ ਤਿਆਰ ਕੀਤਾ ਹੈ, ਕੁੜਤਾ ਮੇਰੇ ਵਾਸਤੇ ਤਿਆਰ ਕੀਤਾ ਹੈ। ਚੋਲਾ ਦਿੱਤਾ, ਸਾਹਿਬ ਨੇ ਪਹਿਨਿਆ, ਬੜੇ ਖੁਸ਼। ਮਾਂ ਬਹੁਤ ਸੋਹਣਾ ਆ, ਅੱਜ ਤੱਕ ਐਵੇਂ ਦਾ ਕੀਮਤੀ ਮੇਰੇ ਕੋਲ ਨਹੀਂ ਆਇਆ, ਇਹਨਾਂ ਮੁੱਲਵਾਨ ਮੇਰੇ ਕੋਲ ਨਹੀਂ ਆਇਆ, ਇਹਨਾਂ ਪਿਆਰ ਭਰਿਆ ਮੇਰੇ ਕੋਲ ਨਹੀਂ ਆਇਆ। ਮਾਂ ਕੀ ਮੰਗਦੀ ਹੈ, ਦੱਸ ਤੇਰੀ ਇੱਛਾ ਕੀ ਹੈ, ਤੇਰੀ ਇੱਛਾ ਕੀ ਹੈ? ਉਹਦੇ ਬੋਲ ਸਨ, ਸਾਹਿਬ ਜੀ ਇੱਕ ਵਾਰੀ ਅੱਖ ਭਰ ਕੇ ਵੇਖ ਲੈਣ ਦਿਓ, ਮੈਂ ਇੰਨਾ ਕਿ ਤੁਹਾਨੂੰ ਅੱਖ ਭਰ ਕੇ ਵੇਖ ਲਵਾਂ, ਮੇਰੀ ਜ਼ਿੰਦਗੀ ਦੇ ਵਿੱਚ ਕੋਈ ਤਮੰਨਾ ਨਾ ਰਵੇ ਕਿਸੇ ਚੀਜ਼ ਨੂੰ ਵੇਖਣ ਦੀ। ਮੈਨੂੰ ਇੱਕ ਵਾਰੀ ਆਪਣੇ ਪ੍ਰੇਮ ਦੇ ਐਸੇ ਬੋਲ ਸੁਣਾ ਦਿਓ, ਮੇਰੀ ਤਮੰਨਾ ਖਤਮ ਹੋ ਜਾਵੇ, ਮੈਂ ਜ਼ਿੰਦਗੀ ਵਿੱਚ ਕੁਝ ਹੋਰ ਵੀ ਸੁਣਨਾ ਹੈ। ਮੇਰੇ ਅੰਦਰੋਂ ਉਹ ਆਵਾਜ਼ ਆਪਣੇ ਸਤਿਕਾਰ ਵਿੱਚੋਂ ਕਢਵਾ ਦਿਓ ਕਿ ਮੇਰੀ ਜ਼ਿੰਦਗੀ ਵਿੱਚ ਤਮੰਨਾ ਰਵੇ, ਮੈਂ ਕੁਝ ਹੋਰ ਵੀ ਬੋਲਣਾ ਹੈ। ਸਾਹਿਬ ਜੀ ਨੇ ਪਿਆਰ ਭਰੀ ਖੇਡ ਵਰਤਾਈ, ਕਹਿੰਦੇ ਮਾਤਾ ਜੀ ਇਹ ਬਖਸ਼ਿਸ਼ਾਂ ਤੇ ਸਤਿਗੁਰਾਂ ਦੀਆਂ ਤੁਹਾਡੇ ਉੱਪਰ ਪਹਿਲਾਂ ਹੀ ਹਨ, ਰਹਿਮਤਾਂ ਹਨ। ਸਤਿਗੁਰੂ ਨਾਨਕ ਦਾ ਘਰ ਤੁਹਾਨੂੰ ਖੁਸ਼ੀਆਂ ਦੇਵੇਗਾ। ਇੱਥੇ ਮੈਂ ਇੱਕ ਦੂਸਰੀ ਘਟਨਾ ਦਾ ਜ਼ਿਕਰ ਕਰਦਾ। ਪੰਜਾਬ ਦੇ ਵਿੱਚ ਅੱਜ ਕੱਲ ਜ਼ਿਲ੍ਹਾ ਬਠਿੰਡਾ ਰਾਮਪੁਰਾ ਫੂਲ ਦੇ ਲਾਗੇ ਇੱਕ ਛੋਟਾ ਜਿਹਾ ਨਗਰ ਹੈ। ਇਸ ਨਗਰ ਦਾ ਨਾਮ ਉਸ ਗੁਰਸਿੱਖ ਪਿਆਰੇ ਦੇ ਨਾਮ ਤੇ ਹੈ। ਨਗਰ ਦਾ ਨਾਮ ਹੈ ਭਾਈ ਰੂਪਾ। ਇਸ ਪਰਿਵਾਰ ਦੇ ਵਿੱਚ ਇਹਨਾਂ ਦੇ ਪਿਤਾ ਜੀ ਨੇ ਭਾਈ ਸਾਧ ਜੀ। ਭਾਈ ਸਾਧ ਜੀ ਦਾ ਪਰਿਵਾਰ ਹੈ ਨਾ ਜਿਹੜਾ ਸਾਰਾ, ਉਹ ਸਖੀ ਸਰਵਰੀਆਂ ਨੂੰ ਮੰਨਦਾ ਆ। ਮੈਂ ਅੱਜ ਦੇ ਲਫ਼ਜ਼ਾਂ ਵਿੱਚ ਜੇ ਸੱਚੋ ਸੱਚ ਕਹਿ ਦਵਾਂ ਤੇ ਬੜਿਆਂ ਨੂੰ ਗੁੱਸਾ ਲੱਗ ਜਾਣਾ ਆ। ਐ ਕਹਿ ਲਓ ਵੀ ਪੱਥਰਾਂ ਨੂੰ ਪੂਜਦਾ ਆ, ਮਟੀਆਂ ਤੇ ਮੱਥੇ ਟੇਕਦਾ ਆ।
ਵਿਆਹ ਜਿੱਧਰ ਹੋਇਆ ਉਹ ਭਾਈ ਆਕਲ ਜੀ ਦੀ ਸੁਪੁੱਤਰੀ ਹੈ, ਉਹ ਗੁਰਸਿੱਖ ਨੇ। ਰਿਸ਼ਤਾ ਕਰਵਾਉਣ ਵੇਲੇ ਪਹਿਲਾਂ ਨਾਈ ਹੁੰਦੇ ਸਨ, ਉਹ ਦੱਸ ਪਾ ਦਿੰਦੇ ਸੀ ਵੀ ਇਹ ਤੁਹਾਡੀ ਬਰਾਦਰੀ ਦਾ ਘਰ ਹੈ ਤੇ ਰਿਸ਼ਤਾ ਕਰ ਦੇਵੋ। ਰਿਸ਼ਤਾ ਹੋ ਗਿਆ, ਬੱਚੀ ਖੁਸ਼ ਨਹੀਂ ਗਈ ਵੀ ਜਿੱਧਰ ਮੇਰਾ ਵਿਆਹ ਕੀਤਾ ਗਿਆ ਤੇ ਸਖੀ ਸਰੋਰੀਏ ਨੇ। ਪੁਰਾਣੇ ਲੋਕ ਅਣਖੀ ਸਨ, ਜੋ ਬਚਨ ਕਰ ਦਿੱਤਾ ਉਹ ਖਿਸਕਦੇ ਨਹੀਂ ਸੀ। ਆਪਣੇ ਆਪ ਤੇ ਭਰੋਸਾ ਨਹੀਂ ਰੱਖਿਆ, ਆਪਣੀ ਸਿਆਣਪ ਤੇ ਭਰੋਸਾ ਨਹੀਂ ਰੱਖਿਆ। ਭਰੋਸਾ ਰੱਖਿਆ ਗੁਰੂ ਚਰਨਾਂ ਵਿੱਚ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਖੇਡ ਵਰਤਾਓ, ਕਲਾ ਵਰਤਾਓ, ਮੇਰੀ ਬੱਚੀ ਸਖੀ ਸਰਵਰੀਆਂ ਨੂੰ ਮੱਥਾ ਨਹੀਂ ਟੇਕੇਗੀ। ਜਦੋਂ ਬਰਾਤ ਵਾਪਸ ਜਾਂਦੀ ਤੇ ਬਰਾਤ ਜਾਣੀ ਭਾਈ ਕੀ ਡਰੌਲੀ ਵਿੱਚ ਦੀ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਭਾਈ ਕੀ ਡਰੌਲੀ ਨੇ। ਉੱਥੇ ਸਾਹਿਬ ਜੀ ਨੂੰ ਮਿਲੇ ਨੇ, ਪਰਿਵਾਰ ਨੇ ਵਿਰੋਧ ਕੀਤਾ ਵੀ ਤੁਸੀਂ ਕਿਉਂ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਿਲੇ ਨੇ। ਇਤਿਹਾਸ ਨੂੰ ਜ਼ਿਕਰ ਕੀਤਾ ਵੀ ਭਾਈ ਸਾਹਿਬ ਜੀ ਤੇ ਉਹਨਾਂ ਦੀ ਘਰਵਾਲੀ ਨੂੰ ਘਰੋਂ ਤੋੜ ਦਿੱਤਾ ਵੀ ਅਸੀਂ ਤੁਹਾਨੂੰ ਆਪਣੇ ਨਾਲ ਨਹੀਂ ਰੱਖਣਾ। ਸਮਾਂ ਬਣਿਆ, ਰੱਬ ਨੇ ਇੱਕ ਪੁੱਤਰ ਦਿੱਤਾ, ਪੁੱਤਰ ਦਾ ਨਾਮ ਰੱਖਿਆ ਰੂਪਾ। ਰੂਪਾ ਥੋੜੀ ਜਿਹੀ ਉਮਰ ਦਾ ਵੱਡਾ ਹੋਇਆ ਹੈ। ਤਰਖਾਨ ਨੇ ਬਰਾਦਰੀ ਦੇ ਲੱਕੜਾਂ ਵੱਢ ਕੇ ਵੇਚਦੇ ਨੇ, ਉਹਨਾਂ ਤੋਂ ਇਹਨਾਂ ਦੀ ਰੋਟੀ ਪਾਣੀ ਰਿਜ਼ਕ ਚੱਲਦਾ ਹੈ। ਗਰਮੀ ਦੇ ਦਿਨ ਲੱਕੜਾਂ ਵੱਢਣ ਵਾਸਤੇ ਗਏ, ਘਰੋਂ ਪਾਣੀ ਲੈ ਕੇ ਗਏ ਨੇ। ਲੱਕੜਾਂ ਵੱਢਦੇ ਵੱਢਦੇ ਜਦੋਂ ਪਿਆਸ ਲੱਗੀ ਨਾ, ਗੁਰੂ ਗੁਰੂ ਜਪਦਿਆਂ ਜਦੋਂ ਘੜੇ ਨੂੰ ਹੱਥ ਲਾਇਆ ਤੇ ਭਾਈ ਰੂਪਚੰਦ ਜੀ ਕਹਿਣ ਲੱਗੇ, ਪਿਤਾ ਜੀ ਇਹ ਘੜੇ ਦੇ ਵਿੱਚ ਪਾਣੀ ਇੰਨਾ ਜ਼ਿਆਦਾ ਠੰਡਾ ਹੋਇਆ ਪਿਆ ਇੰਨੀ ਗਰਮੀ ਦੇ ਵਿੱਚ ਵੀ ਇੰਨਾ ਠੰਡਾ ਜਲ ਤੇ ਮੇਰੇ ਸਤਿਗੁਰੂ ਪ੍ਰਵਾਨ ਕਰਨ ਤੇ ਬੜਾ ਚੰਗਾ ਲੱਗੇਗਾ। ਇਹ ਜਲ ਤੇ ਸਤਿਗੁਰਾਂ ਦੇ ਛਕਣ ਵਾਸਤੇ ਹੈ, ਆਪਾਂ ਇਹਦੇ ਲਾਇਕ ਨਹੀਂ ਗਏ। ਪਿਓ ਪੁੱਤਰ ਭਾਵਨਾ ਵਾਲੇ ਸਨ। ਬਾਪੂ ਕਹਿੰਦਾ, ਪੁੱਤਰ ਜੇ ਤੈਨੂੰ ਇਵੇਂ ਲੱਗਦਾ ਆ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੋ ਗਏ ਸੀ। ਉਮਰ ਛੋਟੀ ਸੀ ਭਾਈ ਰੂਪੇ ਦੀ। ਕਹਿੰਦੇ, ਪਿਤਾ ਜੀ ਆਪਾਂ ਤੇ ਕੰਮ ਛੱਡ ਕੇ ਜਾ ਨਹੀਂ ਸਕਦੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਕੋਲ ਆ ਜਾਣਗੇ। ਤੇ ਭਾਈ ਸਾਹਿਬ ਜੀ ਕਹਿਣ ਲੱਗੇ, ਪੁੱਤਰਾ ਉਹ ਘਟ ਘਟ ਦੀ ਜਾਣਨ ਵਾਲਾ ਆ, ਜੋ ਤੂੰ ਬੋਲ ਰਿਹਾ ਉਹਨੂੰ ਪਤਾ ਲੱਗ ਰਿਹਾ ਹੈ, ਜੋ ਤੇਰੇ ਅੰਦਰ ਭਾਵ ਹੈ, ਜੋ ਤੇਰੀ ਭਾਵਨਾ ਹੈ, ਜੋ ਤੇਰੀ ਸ਼ਰਧਾ ਹੈ, ਉਹਨਾਂ ਨੂੰ ਪਤਾ ਆ। ਕਹਿੰਦੇ ਠੀਕ ਆ ਬਾਪੂ ਜੀ, ਫਿਰ ਜਲ ਉਦੋਂ ਹੀ ਛਕਾਂਗੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਆਣ ਕੇ ਪਿਲਾ ਸਕਣ। ਪੁੱਤਰਾ ਜਿਵੇਂ ਤੇਰਾ ਜੀ ਕਰਦਾ। ਲੱਕੜਾਂ ਵੱਢਣੀਆਂ ਸ਼ੁਰੂ ਕੀਤੀਆਂ, ਗਰਮੀ ਅੰਤਾਂ ਦੀ ਹੈ। ਲੱਕੜਾਂ ਵੱਢਦਿਆਂ 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 ਪਿਆਸ ਬਹੁਤ ਲੱਗੀ, ਗਲਾ ਸੁੱਕਾ ਆ। ਮਨ ਚ ਆਉਂਦਾ ਆ ਵੀ ਕਿਵੇਂ ਨਾ ਕਿਵੇਂ ਕਰਕੇ ਉਹ ਘੜੀ ਕਦੋਂ ਆਵੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਉਣ। ਗੁਰੂ ਗੁਰੂ ਜਪਦਿਆਂ ਸੇਵਾ ਕਰ ਰਹੇ ਨੇ, ਗੁਰੂ ਗੁਰੂ ਜਪਦਿਆਂ ਲੱਕੜਾਂ ਵੱਢ ਰਹੇ ਨੇ, ਯਾਦ ਕਰ ਰਹੇ ਨੇ ਸਾਹਿਬ ਜੀ ਨੂੰ, ਦਾਤਾ ਜੀ ਆਪ ਜੀ ਕਿਰਪਾ ਕਰਕੇ ਇਹ ਸਾਡੀ ਤੁਸ਼ ਪੀੜਾ ਪ੍ਰਵਾਨ ਕਰਿਆ। ਤੇ ਭਾਈ ਰੂਪਾ ਜੀ ਹਮੇਸ਼ਾ ਆਪਣੇ ਮਾਤਾ ਪਿਤਾ ਨੂੰ ਕਹਿੰਦੇ ਸਨ ਕਿ ਆਪਣੇ ਕੋਲ ਇੰਨਾ ਰਿਜ਼ਕ ਨਹੀਂ ਕਿ ਆਪਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਪਣੇ ਘਰੇ ਸੱਦ ਕੇ ਪ੍ਰਸ਼ਾਦਾ ਪਾਣੀ ਉਹਨਾਂ ਨੂੰ ਛਕਾ ਸਕੇ, ਉਹਨਾਂ ਦੀਆਂ ਸੰਗਤਾਂ ਨੂੰ ਛਕਾ ਸਕੀਏ। ਤੇ ਭਾਈ ਸਾਹਿਬ ਜੀ ਨੇ ਆਖਿਆ ਕਰਨਾ, ਗੁਰੂ ਸਾਹਿਬ ਜੀ ਇਹਨਾਂ ਚੀਜ਼ਾਂ ਦੇ, ਇਹਨਾਂ ਪਦਾਰਥਾਂ ਦੇ ਮੁਹਤਾਜ ਨਹੀਂ ਗੇ। ਬੇਨਤੀਆਂ ਕਰਦੇ ਨੇ। ਇਤਿਹਾਸ ਨੇ ਜ਼ਿਕਰ ਕੀਤਾ, ਸੇਵਾ ਕਰਦਿਆਂ 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 ਭਾਈ ਰੂਪਾ ਜੀ ਨਿਡਾਲ ਹੋ ਕੇ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਏ। ਸਰੀਰ ਕੰਮ ਨਹੀਂ ਕਰਦਾ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਿਆਰ ਅੰਦਰ ਵਲਵਲੇ ਮਾਰ ਰਿਹਾ, ਛਾਲੇ ਮਾਰ ਰਿਹਾ। ਕੰਮ ਕਰਦਿਆਂ ਕਰਦਿਆਂ, ਮਸ਼ੱਕਤ ਕਰਦਿਆਂ ਕਰਦਿਆਂ ਭਾਈ ਰੂਪਾ ਜੀ ਵੀ ਨਿਡਾਲ ਹੋ ਕੇ ਸਰੀਰ ਜ਼ਮੀਨ ਉੱਪਰ ਡਿੱਗ ਪਿਆ। ਤਕਰੀਬਨ ਅੱਜ ਦੇ ਜ਼ਮਾਨੇ ਦੇ ਜੇ ਕਹਿ ਲਈਏ ਤੇ 56 ਕਿਲੋਮੀਟਰ ਦੂਰ ਬਣਦਾ ਭਾਈ ਕੀ ਡਰੌਲੀ ਤੋਂ ਭਾਈ ਰੂਪਾ। 56 ਕਿਲੋਮੀਟਰ ਦਾ ਫਰਕ ਹੈ। ਸਾਹਿਬ ਜੀ ਦੁਪਹਿਰੇ ਆਪਣੇ ਨਿਜ ਸਥਾਨ ਤੇ ਬੈਠੇ ਨੇ, ਇੱਕਦਮ ਆਸਣ ਤੋਂ ਉੱਠੇ, ਪਿਆਰਿਓ ਸਾਡਾ ਘੋੜਾ ਤਿਆਰ ਕਰੋ। ਘੋੜਾ ਤਿਆਰ ਹੋਇਆ। ਸਾਹਿਬ ਜੀ ਦੁਪਹਿਰ ਵੇਲੇ ਇੰਨੀ ਧੁੱਪ 'ਚ ਕਿੱਥੇ ਜਾਣਾ ਆ, ਘੋੜਾ ਤਿਆਰ ਕਰੋ, ਸਾਨੂੰ ਕੋਈ ਖਿੱਚ ਪਾ ਰਿਹਾ ਆ। ਘੋੜੇ ਤੇ ਬੈਠੇ, ਜਿੰਨੇ ਸਿੱਖ ਨਾਲ ਤੁਰ ਸਕਦੇ ਸਨ ਤੁਰ ਪਏ, ਜਿੰਨੇ ਨਾਲ ਆ ਸਕਦੇ ਸਨ ਆ ਗਏ।
ਕਿਸੇ ਨੂੰ ਇਹ ਨਹੀਂ ਕਿਹਾ ਵੀ ਪਹਿਲਾਂ ਤਿਆਰੀ ਕਰੋ ਫਿਰ ਚੱਲਾਂਗੇ। ਸਾਹਿਬ ਜੀ ਨੇ ਘੋੜੇ ਨੂੰ ਲਿਆ, ਚੱਲ ਪਏ ਭਾਈ ਰੂਪੇ ਨੂੰ, ਉਸ ਜੰਗਲ ਵੱਲ ਨੂੰ ਤੁਰ ਪਏ। ਤੇ ਉਸ ਸਥਾਨ ਤੇ ਪਹੁੰਚੇ ਨੇ ਜਿੱਥੇ ਦੋਵੇਂ ਪਿਓ ਪੁੱਤ ਨਿਡਾਲ ਹੋ ਕੇ ਡਿੱਗੇ ਪਏ ਨੇ, ਪਰ ਅੰਦਰੋਂ ਇੱਕ ਅਰਦਾਸ, ਇੱਕ ਬੇਨਤੀ ਨਿਕਲਦੀ ਪਈ, ਸੱਚੇ ਪਾਤਸ਼ਾਹ ਪ੍ਰਭ ਮੋਹੇ ਕਬ ਗੱਲ ਲਾਵੇਂਗੇ। ਅੰਦਰੋਂ ਇੱਕ ਅਰਦਾਸ ਨਿਕਲਦੀ ਹੈ, ਸੁਣਨਾ ਹਾਂ ਪ੍ਰਭੂ ਜੀ। ਅੰਦਰੋਂ ਇੱਕ ਅਰਦਾਸ ਨਿਕਲਦੀ ਹੈ ਕਿ ਦਰਸ਼ਨ ਪਿਆਸੀ ਦਿਨ ਸਰਾਤ ਦਿੱਤਵੋਂ ਆਨੰਦ ਨੀਤ। ਅੰਦਰ ਇੱਕ ਵਲਵਲਾ ਚੱਲਦਾ ਪਿਆ ਆ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਹੀਂ। ਸਰੀਰ ਨਹੀਂ ਸਾਥ ਦਿੰਦਾ ਪਿਆ, ਪਰੰਤੂ ਅੰਦਰ ਜਿਹੜਾ ਆ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜਿਆ ਪਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ, ਘੋੜੇ ਤੋਂ ਉਤਰੇ, ਉਸ ਪਾਣੀ ਵਾਲੇ ਮਟਕੇ ਨੂੰ ਲਾਇਆ, ਕੋਈ ਛੰਨਾ ਸੀ ਉਹਦੇ ਵਿੱਚ ਜਲ ਪਾਇਆ। ਪਹਿਲਾਂ ਭਾਈ ਰੂਪੇ ਦੇ ਮੂੰਹ ਨੂੰ ਲਾਉਣ ਲੱਗੇ, ਕਿਉਂਕਿ ਬੱਚਾ ਆ, ਛੋਟਾ ਆ, ਮੂੰਹ ਨੂੰ ਲਾਉਣ ਲੱਗੇ। ਪਤਾ ਲੱਗਾ ਕਿਸੇ ਨੇ ਮੈਨੂੰ ਚੁੱਕ ਕੇ ਆਪਣੀ ਗੋਦੀ ਵਿੱਚ ਰੱਖ ਲਿਆ ਤੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਕਹਿੰਦੇ ਪਾਤਸ਼ਾਹ ਇਹ ਪਾਣੀ ਤੇ ਸੀਗਾ, ਇਹ ਜਲ ਦਾ ਕਟੋਰਾ ਤੇ ਸੀ ਜਿਹੜਾ ਤੁਹਾਨੂੰ ਇੰਨੀ ਦੂਰ ਸਾਡੇ ਕੋਲ ਖਿੱਚ ਕੇ ਲੈ ਆਇਆ, ਹੋਰ ਤੇ ਕੁਝ ਨਹੀਂ ਸੀਗਾ। ਸਾਹਿਬ ਜੀ ਅਸੀਂ ਬੇਨਤੀ ਕੀਤੀ ਸੀ ਤੁਸੀਂ ਜਲ ਛਕੋਗੇ ਤੇ ਅਸੀਂ ਜਲ ਛਕਾਂਗੇ, ਤੁਹਾਡੇ ਬਿਨਾਂ ਅਸੀਂ ਜਲ ਕਿੱਥੇ ਛਕਣਾ ਹੈ। ਸਾਹਿਬ ਜੀ ਨੇ ਭਾਈ ਸਾਧ ਨੂੰ ਆਪਣੀ ਗੋਦ ਵਿੱਚ ਲਿਆ, ਪਿਓ ਨੂੰ ਇੱਧਰ ਲਿਆ, ਪੁੱਤਰ ਨੂੰ ਇੱਧਰ ਲਿਆ। ਦੋਵਾਂ ਦੇ ਮੂੰਹ ਨੂੰ ਜਲ ਲਾਉਂਦੇ ਨੇ, ਪਰ ਦੋਵੇਂ ਪਿਓ ਪੁੱਤਰ ਪ੍ਰਵਾਨ ਨਹੀਂ ਕਰਦੇ। ਨਾ ਦਾਤਾ ਨਾ, ਇਹ ਜਲ ਨੇ ਅੱਜ ਬਿਰਧ ਬਣਾਈ ਕਿ ਤੁਸੀਂ ਸਾਡੇ ਪ੍ਰੇਮ ਵਸ ਹੋ ਕੇ ਸਾਡੇ ਕੋਲ ਆ ਗਏ। ਜੇ ਇਹ ਜਲ ਨਾ ਹੁੰਦਾ ਤੇ ਅੱਜ ਬਿਰਧ ਨਹੀਂ ਬਣਨੀ ਸੀ। ਇਸ ਕਰਕੇ ਇਹ ਜਲ ਸਾਡੇ ਲਈ ਬੜਾ ਮਹੱਤਵ ਰੱਖਦਾ। ਜਿਹੜੀ ਬੇਨਤੀ ਕੀਤੀ ਸੀ ਉਹ ਪੂਰੀ ਜ਼ਰੂਰ ਹੋਣੀ ਚਾਹੀਦੀ। ਸਾਹਿਬ ਜੀ ਨੇ ਉਹ ਜਲ ਦਾ ਛੰਨਾ ਭਰਿਆ, ਪਹਿਲਾਂ 2 ਘੁੱਟਾਂ ਆਪ ਪਾਣੀ ਦੀਆਂ ਪੀਤੀਆਂ, ਫਿਰ ਇਹਨਾਂ ਦੋਵਾਂ ਗੁਰਸਿੱਖਾਂ ਨੂੰ ਕਹੀ ਤੇ ਕੁੱਟ ਕੇ ਸੀਨੇ ਨਾਲ ਲਾ ਕੇ ਕਿਹਾ ਸੀ ਕਿ ਸੱਜਣਾ ਯਾਦ ਰੱਖੀ, ਤੇਰੇ ਕੋਲ ਵਰਤਾਉਣ ਨੂੰ ਕੁਝ ਨਾ ਹੋਵੇ, ਤੇਰੇ ਕੋਲ ਮਾਨਣ ਨੂੰ ਕੁਝ ਨਾ ਹੋਵੇ, ਤੇਰੇ ਕੋਲ ਭੋਗਣ ਨੂੰ ਕੁਝ ਨਾ ਹੋਵੇ, ਤੇਰੇ ਕੋਲ ਘਰ-ਬਾਰ ਪਰਿਵਾਰਵਾਦ ਕੁਝ ਨਾ ਹੋਵੇ। ਇਹ ਗੱਲ ਯਾਦ ਰੱਖੀ, ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਤੇਰੇ ਕੋਲ ਹੋਏਗਾ, ਦੀਨ ਦੁਨੀਆ ਦੀ ਪਾਤਸ਼ਾਹੀ ਤੇਰੇ ਕਦਮਾਂ ਵਿੱਚ ਹੋਏਗੀ। ਸਭ ਕੁਝ ਤੇਰੇ ਕੋਲ ਹੋਏਗਾ, ਬਸ ਇੱਕ ਚੀਜ਼ ਕਰਕੇ ਵੇਖੀ, ਤੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਧਿਆਨ ਜ਼ਰੂਰ ਰੱਖੀ। ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਜਾਣ ਨਾ ਦੇਈ, ਕਿਉਂਕਿ ਜਦ ਕਿਤੇ ਉਹ ਤੇਰੀ ਜ਼ਿੰਦਗੀ ਵਿੱਚੋਂ ਚਲਾ ਜਾਂਦਾ ਨਾ, ਸੱਚ ਹੈ ਤੇਰੀ ਜ਼ਿੰਦਗੀ ਵਿੱਚ ਇਸ ਤੋਂ ਵੱਧ ਉਜਾੜ ਕੁਝ ਨਹੀਂ ਹੋ ਸਕਦਾ। ਜਿਹਨੂੰ ਸਾਹਿਬ ਨੇ ਬਾਣੀ ਵਿੱਚ ਇਵੇਂ ਕਿਹਾ ਸੀਗਾ ਕਿ ਤੁਧ ਚਿਤ ਆਇਆ ਮਹਾ ਆਨੰਦਾ, ਜਿਸ ਵਿਸਰੈ ਸੋ ਮਰ ਜਾਏ। ਉਹ ਤੇ ਮਰਿਆ ਹੀ ਹੈ, ਤੇ ਮਰੇ ਘਰਾਂ ਦੇ ਵਿੱਚ ਡੀਜੇ ਖਾੜੇ ਨਹੀਂ ਲੱਗਦੇ ਹੁੰਦੇ, ਉੱਥੇ ਤਾਂ ਕੀਰਨੇ ਪੈਂਦੇ ਨੇ। ਅਸੀਂ ਅੱਜ ਬੜੇ ਕੋਈ ਨਿੱਤ ਕੋਈ ਨਾ ਉੱਠਦਾ ਜੀ, ਅਸੀਂ ਬੜੇ ਔਖੇ ਹਾਂ ਜੀ, ਬੜੇ ਦੁਖੀ ਹਾਂ, ਬੜੇ ਔਖੇ ਹਾਂ, ਬੜੇ ਦੁਖੀ ਹਾਂ। ਜੇ ਟੂੰ ਦਾ ਖੇੜਾ ਛੱਡੋਗੇ ਤੇ ਤਦੇ ਹੀ ਹੈ। ਆ ਮੇਰੇ ਸੱਜਣ ਪਿੱਛੇ ਬੈਠੇ ਹਾਲੇ ਵੀ ਫੋਨ ਚਲਾਈ ਜਾਂਦੇ ਨੇ, ਚੰਗਾ ਲੱਗਦਾ ਪਿਆ ਆ। ਇਹਨਾਂ ਨੇ ਸਿੱਖੀਆਂ ਕਮਾਉਣੀਆਂ ਨੇ। ਤੇਰੇ ਜਿੱਡਾ ਹੀ ਸੀ ਭਾਈ ਰੂਪਾ, ਯਾਦ ਰੱਖੀ, ਤੇਰੇ ਜਿੱਡਾ ਸੀ ਭਾਈ ਰੂਪਾ, ਪਰ ਕਿੱਥੇ, ਕੌਣ ਸਮਝਾਵੇ ਇਹਨਾਂ ਨੂੰ, ਕੌਣ ਦੱਸੇ ਇਹਨਾਂ ਨੂੰ। ਮੈਂ ਇੱਕ ਹੋਰ ਗੁਰਸਿੱਖ ਦਾ ਜ਼ਿਕਰ ਕਰਨਾ ਚਾਹੁੰਦਾ। ਅੰਮ੍ਰਿਤਸਰ ਇਲਾਕੇ ਦੇ ਵਿੱਚ ਇੱਕ ਪਿੰਡ ਹੈ ਬੁਤਾਲਾ। ਇਸ ਪਿੰਡ ਵਿੱਚ ਇੱਕ ਬੀਬੀ ਵਿਆਹੀ ਗਈ ਹੈ। ਇਹ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਪਿਆਰ ਕਰਦੀ ਹੈ। ਇਹਦਾ ਵੀ ਜਿੱਧਰ ਰਿਸ਼ਤਾ ਹੋਇਆ, ਇਹਦੇ ਘਰ ਵਾਲਾ ਵੀ, ਇਹਦਾ ਸਹੁਰਾ ਪਰਿਵਾਰ ਵੀ ਸਖੀ ਸਰਵਰੀਏ ਨੇ। ਉੱਥੇ ਕਲਾ ਕੀ ਵਰਤੀ, ਬੀਬੀ ਦਾ ਵਿਆਹ ਤੇ ਹੋ ਗਿਆ, ਪਰ ਭਰੋਸਾ ਗੁਰੂ ਚਰਨਾਂ ਵਿੱਚ ਹੈ। ਰੱਬੀ ਸਬੱਬ ਕਰੇ ਪੁੱਤਰ ਹੋਇਆ, ਪੁੱਤਰ ਦਾ ਨਾਮ ਰੱਖਿਆ ਪੱਲਾ, ਜਿਹਨੂੰ ਸਾਡੀ ਹਿਸਟਰੀ ਨੇ ਭਾਈ ਪੱਲਾ ਜੀ ਕਿਹਾ ਹੈ। ਤੇ ਉੱਥੇ ਇੱਕ ਕਲਾ ਵਰਤਦੀ ਹੈ। ਅਕਾਲ ਪੁਰਖ ਦੇ ਹੁਕਮ ਵਿੱਚ ਪਿਤਾ ਚੜ੍ਹਾਈ ਕਰ ਗਿਆ। ਪਿੰਡ ਵਾਲਿਆਂ ਨੇ ਜੀਣਾ ਹਰਾਮ ਕਰ ਦਿੱਤਾ ਵੀ ਤੂੰ ਵਿਆਹੀ ਸਾਡੇ ਘਰਾਂ ਵਿੱਚੋਂ ਹੈ ਤੇ ਤੂੰ ਗੁਰੂ ਵਾਲੀ ਗੱਲ ਕਰੇ। ਅਸੀਂ ਤੈਨੂੰ ਵਿਆਹ ਕੇ ਲੈ ਕੇ ਆਏ, ਅਸੀਂ ਸਾਰਾ ਪਿੰਡ ਸਖੀ ਸਰਵਰੀਆਂ ਨੂੰ ਮੰਨਦਾ ਹੈ, ਤੂੰ ਕੱਲੀ ਨਾਨਕ ਦੀ ਗੱਲ ਕਰਦੀ ਹੈ, ਸਾਨੂੰ ਪ੍ਰਵਾਨ ਨਹੀਂ।
ਪਿੰਡ ਵਾਲਿਆਂ ਨੇ ਮਿਲ ਵਰਤਨ ਹਰ ਪਾਸਿਓਂ ਬੰਦ ਕਰ ਦਿੱਤਾ, ਹਰ ਪਾਸੋਂ ਲੋਕਾਂ ਨੇ ਜਲੀਲ ਕਰਨਾ ਸ਼ੁਰੂ ਕਰ ਦਿੱਤਾ। ਪੁੱਤਰ ਨੇ ਹਮੇਸ਼ਾ ਪੁੱਛਿਆ ਕਰਨਾ, ਮਾਂ ਮੈਂ ਜਿਸ ਗੁਰੂ ਨੂੰ ਮੰਨਦਾ ਹਾਂ ਮੈਂ ਉਹਨੂੰ ਜਾਣਦਾ ਨਹੀਂ। ਤੇ ਮਾਂ ਨੇ ਹਮੇਸ਼ਾ ਇੱਕ ਗੱਲ ਕਹਿਣੀ, ਪੁੱਤਰਾ ਤੂੰ ਉਹਨੂੰ ਜਾਣਦਾ ਕਿ ਨਹੀਂ ਜਾਣਦਾ ਕੋਈ ਮੈਨੇ ਨਹੀਂ ਰੱਖਦਾ। ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੈਨੂੰ ਜਾਣਦਾ ਆ, ਤੇਰੇ ਵਰਗਾ ਇਸ ਸੰਸਾਰ ਉੱਪਰ ਵੱਡਾ ਕੋਈ ਨਹੀਂ, ਵਡਭਾਗਾ ਕੋਈ ਨਹੀਂ। ਉਹਨੇ ਫਿਰ ਬੱਚਿਆਂ ਵਾਂਗੂ ਪੁੱਛਣਾ, ਮਾਂ ਕਦੇ ਤੇ ਮੈਨੂੰ ਲੈ ਕੇ ਜਾ, ਮੈਂ ਕਿਸ ਗੁਰੂ ਦਾ ਸਿੱਖ ਹਾਂ। ਮਾਂ ਨੇ ਕਹਿਣਾ, ਪੁੱਤਰਾ ਆਪਣਾ ਗੁਜ਼ਾਰਾ ਨਹੀਂ ਹੁੰਦਾਗਾ, ਮੇਰਾ ਬੜਾ ਜੀ ਕਰਦਾ ਮੈਂ ਤੈਨੂੰ ਲੈ ਕੇ ਜਾਵਾਂ। ਜਦ ਕਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਇਲਾਕੇ ਵਿੱਚ ਆਏ, ਆਪਣੇ ਖੇਤਰ ਵਿੱਚ ਆਏ, ਮੈਂ ਤੈਨੂੰ ਜ਼ਰੂਰ ਲੈ ਕੇ ਜਾਵਾਂਗੀ। ਮਾਂ ਜੇ ਉਹ ਆ ਗਏ ਮੈਂ ਕੀ ਦਵਾਂਗਾ, ਮੇਰੇ ਕੋਲ ਕੀ ਹੈ ਉਹਨਾਂ ਨੂੰ ਦੇਣ ਵਾਸਤੇ। ਮਾਂ ਸਿਆਣੀ ਸੀ ਵੀ ਬੱਚਾ ਮੇਰਾ ਛੋਟਾ ਆ, ਉਹਨੇ ਰੋਜ਼ਾਨਾ ਇੱਕ ਗੁੜ ਦੀ ਡਲੀ ਦੇ ਪੱਲੇ ਨਾਲ ਬੰਨ ਦੇਣੀ। ਪੱਲਿਆ ਜਦੋਂ ਗੁਰੂ ਸਾਹਿਬ ਆਏ ਇਹ ਦੇ ਦੇ। ਉਹਨੇ ਹਾਸੇ ਦੇ ਵਿੱਚ ਕਹਿਣਾ, ਮਾਂ ਇਹਨੇ ਨਾਲ ਤੇ ਮੈਂ ਨਹੀਂ ਖੁਸ਼ ਹੁੰਦਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਖੁਸ਼ ਹੋ ਜਾਣਗੇ। ਇੱਕ ਗੁੜ ਦੀ ਡਲੀ ਨਾਲ ਤੇ ਮੇਰਾ ਨਹੀਂ ਢਿੱਡ ਭਰਦਾ, ਉਹ ਰੱਜ ਜਾਣਗੇ। ਮਾਂ ਨੇ ਕਹਿਣਾ, ਪੁੱਤਰਾ ਇਹ ਬਹੁਤ ਆ ਤੇਰੀਆਂ ਕੁੱਲਾਂ ਦਾ ਭਲਾ ਕਰਨ ਵਾਸਤੇ, ਇਹ ਬਹੁਤ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰੇ। ਰੋਜ਼ਾਨਾ ਸਵੇਰ ਬਣ ਦੇਣਾ, ਗੁਰੂ ਸਾਹਿਬ ਨਹੀਂ ਆਏ, ਖੋਲ ਕੇ ਅਗਲੇ ਦਿਨ ਨਵੀਂ ਕਿਲੋ ਡਲੀ ਖੰਡ ਇੱਕ ਪੱਲੇ ਦੇ ਨਾਲ ਡਲੀ ਬੰਨ ਦੇਣੀ ਗੁੜ ਦੀ। ਇੱਕ ਦਿਨ ਹੋਇਆ, ਖੇਤਾਂ ਵਿੱਚ ਕੰਮ ਕਰ ਰਿਹਾ, ਕੰਮ ਕਰਦਿਆਂ ਕਰਦਿਆਂ ਕੀ ਵੇਖਿਆ, ਗਰਮੀ ਬਹੁਤ ਹੋ ਗਈ, ਨਡਾਲ ਹੋ ਕੇ ਕਿਸੇ ਦਰਖਤ ਥੱਲੇ ਸੌਂ ਗਿਆ। ਤੇ ਮਾਂ ਨੇ ਕਿਹਾ ਸੀ, ਪੁੱਤਰਾ ਹਮੇਸ਼ਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਪਣੇ ਹਿਰਦੇ ਵਿੱਚ ਰੱਖੀ, ਆਪਣੀ ਰਸਨਾ ਤੇ ਰੱਖੀ, ਆਪਣੇ ਧਿਆਨ ਵਿੱਚ ਰੱਖੀ, ਕਿਉਂਕਿ ਉਹਨੇ ਆਉਣਾ ਅਚਨਚੇਤ, ਉਹਨੇ ਤੈਨੂੰ ਪੁੱਛ ਕੇ ਤੈਨੂੰ ਦੱਸ ਕੇ ਨਹੀਂ ਆਉਣਾ, ਉਹ ਅਚਨਚੇਤ ਆਏਗਾ। ਉਹ ਕਦ ਵੀ ਆਏ ਕਲਾ ਵਰਤਾ ਕੇ ਜਾਏਗਾ। ਖੇਤਾਂ ਵਿੱਚ ਕੰਮ ਕਰਦਾ ਥੱਕਿਆ, ਰਮਾਨ ਕਰਨ ਵਾਸਤੇ ਸੌਂ ਗਿਆ। ਸੋਬਤ ਹਰ ਆਰਾਧੇ ਵਾਲੀ ਕਲਾ ਵਰਤਦੀ ਏ ਕਿ ਗੁਰੂ ਗੁਰੂ ਜਪਦਿਆਂ, ਗੁਰੂ ਗੁਰੂ ਜਪਦਿਆਂ ਇਹਦਾ ਸਮਾਂ ਬਤੀਤ ਹੋ ਰਿਹਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਦੀ ਲਿੰਗੇ ਨੇ, ਸਿੱਖ ਦੇ ਅੰਦਰ ਦੀ ਜਾਣਦੇ ਨੇ, ਸਿੱਖ ਦੇ ਅੰਦਰ ਦੀ ਆਵਾਜ਼ ਪਤਾ ਹੈ। ਸਾਹਿਬ ਜੀ ਗਏ, ਜਿਹੜੇ ਨਾਲ ਸਿੱਖ ਸੈਨਿਕ ਸਨ ਉਹਨਾਂ ਨੂੰ ਥੋੜਾ ਜਿਹਾ ਪਿੱਛੇ ਕਰ ਦਿੱਤਾ ਵੀ ਐਵੇਂ ਅਗਲਾ ਕਾਬਰੀ ਨਾ ਜਾਵੇ ਵੀ ਇਹ ਸ਼ਸਤਰਧਾਰੀ ਆ ਗਏ ਨੇ, ਪਤਾ ਨਹੀਂ ਮੈਨੂੰ ਕੀ ਕਰਨਗੇ। ਕੋਲ ਗਏ, ਇਸ਼ਾਰੇ ਨਾਲ ਠਾਇਆ, ਪੁੱਤਰਾ ਉੱਠ। ਫਿਰ ਆਵਾਜ਼ ਦਿੱਤੀ, ਪੱਲਿਆ ਉੱਠ। ਪੱਲੇ ਦੀ ਜਾਗ ਖੁੱਲੀ, ਮਨ ਚ ਸੋਚਿਆ ਐਵੇਂ ਦਾ ਕੌਣ ਆ ਗਿਆ ਜਿਹੜਾ ਮੇਰਾ ਨਾਂ ਜਾਣਦਾ ਹੈ। ਅੱਖਾਂ ਖੋਲੀਆਂ, ਸਾਹਮਣੇ ਵੇਖਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਬੈਠਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵੇਖਿਆ, ਹੱਥ ਜੁੜ ਗਏ। ਜੀ ਆਪ ਜੀ ਕੌਣ ਹੋ? ਕਹਿੰਦੇ ਪੱਲਿਆ ਮੈਂ ਉਹੀ ਹਾਂ ਜਿੰਦੇ ਬਾਰੇ ਤੂੰ ਰੋਜ਼ਾਨਾ ਆਪਣੀ ਮਾਂ ਨੂੰ ਪੁੱਛਦਾ ਹੈ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ? ਕਹਿੰਦੇ ਹਾਂ ਪੱਲਿਆ ਮੈਂ ਉਹੀ ਹਾਂ ਜਿੰਦੀ ਗੱਲ ਤੂੰ ਹਰ ਰੋਜ਼ ਆਪਣੀ ਮਾਂ ਨਾਲ ਕਰਦਾ ਹੈ, ਜਿਹੜਾ ਤੇਰੀ ਰਸਨਾ ਤੇ ਬੈਠਾ, ਤੇਰੇ ਹਿਰਦੇ ਵਿੱਚ ਬੈਠਾ। ਪੱਲੇ ਨੂੰ ਕੁਛ ਨਹੀਂ ਸੁਝਿਆ, ਨਮਸਕਾਰ ਕੀਤੀ ਦਵਾ ਦਵ। ਅੱਜ ਕੱਲ ਤੇ ਹੀ ਰੁਮਾਲ ਰੱਖਣਾ ਪਸੰਦ ਨਹੀਂ ਕਰਦੇ, ਪੁਰਾਣੇ ਬਜ਼ੁਰਗ ਹਜੂਰੀਆ ਪਰਨਾ ਗਲੇ 'ਚ ਰੱਖਦੇ ਸਨ, ਹਰ ਉਮਰ ਦਾ ਬੰਦਾ ਰੱਖਦਾ ਸੀ। ਦਵਾ ਦਵ ਪੱਲੇ ਨੇ ਉਹ ਖੋਲਿਆ ਆਪਣਾ ਪੱਲਾ, ਗੁੜ ਦੀ ਡਲੀ ਕੱਢੀ, ਕਹਿੰਦੇ ਜੀ ਮਾਂ ਨੇ ਦਿੱਤੀ ਸੀ, ਪ੍ਰਵਾਨ ਕਰ ਲਿਆ ਜੀ। ਸਾਹਿਬ ਜੀ ਮੁਸਕਰਾ ਕੇ ਕਹਿੰਦੇ ਪੱਲਿਆ ਇਹਦੇ ਨਾਲ ਤੇ ਸਾਡਾ ਢਿੱਡ ਨਹੀਂ ਭਰਨਾ, ਸਾਨੂੰ ਬੜੀ ਜ਼ੋਰਾਂ ਦੀ ਭੁੱਖ ਲੱਗੀ ਹੈ, ਮੈਂ ਤੇਰੇ ਘਰੇ ਜਾ ਕੇ ਪ੍ਰਸਾਦਾ ਛਕਣਾ। ਪੱਲੇ ਨੂੰ ਇਹ ਚੇਤਾ ਹੀ ਨਾ ਰਿਹਾ ਕਿ ਮੇਰਾ ਤੇ ਮੇਰੀ ਮਾਂ ਦਾ ਗੁਜ਼ਾਰਾ ਬੜਾ ਔਖਾ ਹੁੰਦਾ ਹੈ, ਗੁਰੂ ਸਾਹਿਬ ਨਾਲ ਤੇ ਇਹਨੇ ਸਿੱਖ ਨੇ, ਇੰਨੀਆਂ ਫੌਜਾਂ ਨੇ, ਮੈਂ ਘੱਟ ਤੋਂ ਘੱਟ ਵੀ ਜ਼ਿਕਰ ਕਰਾਂ 50-60 ਜਾਣੇ ਤਾਂ ਹੋਣਗੇ ਹੀ ਹੋਣਗੇ, ਮੈਂ ਘੱਟ ਤੋਂ ਘੱਟ ਜੇ ਜ਼ਿਕਰ ਕਰਾਂ। ਸਾਹਿਬ ਜੀ ਤੁਹਾਡਾ ਘਰ ਆ, ਚਲੋ ਚੱਲਦੇ ਹਾਂ, ਮੈਂ ਅੱਗੇ ਅੱਗੇ ਚੱਲਦਾ, ਤੁਸੀਂ ਮਗਰ ਮਗਰ ਆ ਜਾਏ।
ਭੱਜਿਆ ਗਿਆ। ਮਾਂ ਅੱਜ ਉਹ ਆ ਗਏ ਨੇ ਜਿਨ੍ਹਾਂ ਨੂੰ ਆਪਾਂ ਰੋਜ਼ਾਨਾ ਯਾਦ ਕਰਦੇ ਹਾਂ। ਮਾਂ ਆਪਣੇ ਕੋਲ ਉਹਨਾਂ ਕੋਲ ਜਾਣ ਦਾ, ਪਰ ਅੱਜ ਉਹ ਸਮਾਂ ਕੱਢ ਕੇ ਆਪਣੇ ਕੋਲ ਆਏ। ਮਾਂ ਨੇ ਪੁੱਛਿਆ, ਪੁੱਤਰ ਕੌਣ ਆਇਆ ਆ ਜਿਹਨੂੰ ਆਪਾਂ ਰੋਜ਼ਾਨਾ ਯਾਦ ਕਰਦੇ ਹਾਂ? ਮੇਰੀ ਜ਼ਿੰਦਗੀ ਵਿੱਚ ਤੇ ਗੁਰੂ ਹਰਗੋਬਿੰਦ ਸਾਹਿਬ ਤੋਂ ਬਿਨਾ ਹੈ ਹੀ ਕੋਈ ਨਹੀਂ। ਮੈਂ ਜਿਹਨੂੰ ਯਾਦ ਕਰਾਂ, ਮੇਰੀ ਰਸਨਾ ਉੱਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਬਿਨਾ ਹੈ ਹੀ ਕੋਈ ਨਹੀਂ। ਮੈਂ ਜਿਹਨੂੰ ਯਾਦ ਕਰਦੀ ਹਾਂ, ਜਿਹਨੂੰ ਚੇਤੇ ਕਰਾਂ, ਪੁੱਤਰ ਕੌਣ ਆਇਆ ਆ? ਕਹਿੰਦੇ ਮਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੱਜ ਆਪਣੇ ਦਰਵਾਜ਼ੇ ਤੇ ਆ ਰਹੇ ਨੇ। ਮੈਂ ਗੁੜ ਦੀ ਡਲੀ ਭੇਟਾ ਕੀਤੀ ਸੀ, ਉਹਨਾਂ ਨੇ ਕਿਹਾ ਨਹੀਂ ਪੱਲਿਆ ਤੇਰੇ ਘਰੋਂ ਅੱਜ ਪ੍ਰਸ਼ਾਦਾ ਛਕਣਾ। ਮਾਂ ਬੜੀ ਖੁਸ਼ ਹੋਈ। ਜਿੰਨਾ ਕੁ ਘਰੇ ਆਟਾ ਪਿਆ ਸੀ ਗੁੰਨਿਆ, ਜਿੰਨੀ ਕੁ ਘਰੇ ਦਾਲ ਸਬਜ਼ੀ ਜੋ ਵੀ ਸੀ ਉਹ ਬਣਾਇਆ। ਪੰਗਤ ਲੱਗੀ ਏ ਤੇ ਨਗਰ ਵਾਲੇ ਟਿਚਰਾਂ ਕਰਦੇ ਸਨ ਕਿ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨਾਲ ਜੁੜੇ ਹੋ, ਇਹ ਗੱਲ ਯਾਦ ਰੱਖਿਆ ਜੇ, ਜਦੋਂ ਕਿਤੇ ਤੁਹਾਡੇ ਘਰੇ ਆ ਗਏ ਨਾ ਤੇ ਤੁਹਾਡਾ ਜਲੂਸ ਨਿਕਲ ਜਾਣਾ ਆ। ਉਹ ਲੋਕ ਮਜ਼ਾਕ ਕਰਦੇ ਨੇ, ਟਿਚਰਾਂ ਕਰਦੇ ਨੇ, ਸਿੱਖਾਂ ਨੂੰ ਵੀ ਕਰਦੇ ਨੇ, ਕੋਈ ਦੋ ਰਵਾਂ ਨਹੀਂ। ਸਮਾਂ ਬਣਿਆ, ਪੰਗਤ ਲੱਗੀ, ਸਾਹਿਬ ਜੀ ਅੱਗੇ ਪ੍ਰਸ਼ਾਦਾ ਰੱਖਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਪਹਿਲਾਂ ਅਸੀਂ ਨਹੀਂ ਛਕਾਂਗੇ। ਸਿੱਖਾਂ ਨੂੰ ਭੇਜਿਆ, ਪਿੰਡ ਦੇ ਹਰ ਘਰ ਵਿੱਚ ਸੁਨੇਹਾ ਦੇ ਕੇ ਆਓ, ਅੱਜ ਤੁਸੀਂ ਇਸ ਨਗਰ ਦੇ ਸ਼ਾਹੂਕਾਰ ਦੇ ਘਰੇ ਪ੍ਰਸ਼ਾਦਾ ਛਕਣਾ। ਲੋਕ ਹੈਰਾਨ ਵੀ ਸਾਡੇ ਪਿੰਡ ਵਿੱਚ ਜਿਹੜੇ ਸ਼ਾਹੂਕਾਰ ਨੇ ਉਹਨਾਂ ਨੇ ਲੰਗਰ ਕਰਨਾ ਹੁੰਦਾ, ਸਾਨੂੰ ਪਹਿਲਾਂ ਪਤਾ ਹੋਣਾ ਸੀਗਾ। ਉਹ ਪੁੱਛਦੇ ਨੇ ਜੀ ਕਿਹੜਾ ਸ਼ਾਹੂਕਾਰ ਆ, ਕਿਹੜਾ ਅਮੀਰ ਸਿੱਖ ਹੈ ਜਿੰਦੇ ਘਰੇ ਅਸੀਂ ਪ੍ਰਸ਼ਾਦਾ ਛਕਣਾ? ਕਹਿੰਦੇ ਅੱਜ ਪੱਲੇ ਦੇ ਘਰੇ ਤੁਸੀਂ ਪ੍ਰਸ਼ਾਦਾ ਛਕੋਗੇ। ਲੋਕ ਟਿਚਰਾਂ ਕਰਨ ਵਾਸਤੇ ਉਤਾਵਲੇ ਨੇ, ਉਹ ਜਲੂਸ ਕੱਢਣ ਨੂੰ ਉਤਾਵਲੇ ਨੇ ਵੀ ਅੱਜ ਇਹਦੀ ਬੇਇੱਜ਼ਤੀ ਹੋਏਗੀ ਨਗਰ ਦੇ ਵਿੱਚ। ਸਾਰਾ ਪਿੰਡ ਇਕੱਠਾ ਹੋ ਕੇ ਆ ਗਿਆ ਵੀ ਚਲੋ ਪੱਲੇ ਦੇ ਘਰੇ ਪ੍ਰਸ਼ਾਦਾ ਛਕਦੇ ਆ। ਮੇਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਲਾ ਐਸੀ ਵਰਤਾਈ, ਰਹਿਮਤ ਐਸੀ ਵਰਤਾਈ, ਸੱਚਾ ਸਾਰਾ ਨਗਰ ਲੰਗਰ ਛਕ ਗਿਆ, ਪਰ ਮੇਰੇ ਦਾਤੇ ਨੇ ਕਮੀ ਕੋਈ ਨਹੀਂ ਹੋਣ ਦਿੱਤੀ। ਸਾਰਾ ਨਗਰ ਲੰਗਰ ਛਕ ਕੇ ਜਦੋਂ ਜਾਂਦਾ, ਨਾਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੇਲਾ ਵੱਲ ਵੇਂਦਾ, ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਲ ਵੇਖਦਾ ਪਿਆ ਉਹ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਹੁੰਦਾ ਪਿਆ। ਇਹ ਤਾਕਤ ਹੈ ਮੇਰੇ ਬਾਬੇ ਦੀ। ਸਤਿਗੁਰਾਂ ਨੇ ਖੇਡ ਵਰਤਾਈ, ਸਤਿਗੁਰਾਂ ਨੇ ਕਲਾ ਵਰਤਾਈ। ਸਾਰਾ ਨਗਰ ਜਦੋਂ ਲੰਗਰ ਛਕ ਕੇ ਚਲਾ ਗਿਆ, ਸਿੱਖਾਂ ਨੇ ਲੰਗਰ ਛਕ ਲਿਆ, ਸਾਹਿਬ ਜੀ ਨੇ ਫਿਰ ਪ੍ਰਸ਼ਾਦਾ ਛਕਿਆ, ਜਾਣ ਲੱਗੇ ਨੇ। ਕਹਿੰਦੇ ਪੱਲਿਆ ਫਿਰ ਅਸੀਂ ਚੱਲੇ ਆ। ਪੱਲੇ ਨੇ ਫਿਰ ਉਹੀ ਗੁੜ ਦੀ ਡਲੀ ਕੱਢ ਕੇ ਫਿਰ ਅੱਗੇ ਰੱਖ ਦਿੱਤੀ। ਕਹਿੰਦੇ ਸਾਹਿਬ ਜੀ ਮੇਰੇ ਘਰੇ ਤੇ ਇਹੀ ਸੀ ਬਚਿਆ ਆ ਜਿਹੜਾ ਮੈਂ ਤੁਹਾਨੂੰ ਭੇਟਾ ਕਰ ਸਕਦਾ, ਮੇਰੇ ਕੋਲ ਹੋਰ ਕੁਝ ਨਹੀਂ, ਮੈਂ ਤੁਹਾਨੂੰ ਕੁਝ ਭੇਟਾ ਕਰਾਂ। ਤੇ ਸਾਹਿਬ ਨੇ ਘੁੱਟ ਕੇ ਸੀਨੇ ਨਾਲ ਲਾਇਆ, ਕਹਿੰਦੇ ਪੱਲਿਆ ਤੇਰੇ ਪੱਲੇ ਦੇ ਵਿੱਚ ਇਹ ਗੁੜ ਦੀ ਡਲੀ ਨਹੀਂ, ਇਹ ਉਹ ਗੁਰੂ ਨਾਨਕ ਦੇ ਪਿਆਰ ਦੀ ਮਿਠਾਸ ਭਰੀ ਪਈ ਹੈ ਜਿਹੜੀ ਇਸ ਕਾਇਨਾਤ ਦਾ ਭਲਾ ਕਰਨ ਵਾਸਤੇ ਬਹੁਤ ਹੈ, ਇਸ ਕਾਇਨਾਤ ਦਾ ਢਿੱਡ ਭਰਨ ਵਾਸਤੇ ਬਹੁਤ ਹੈ। ਤੇਰੇ ਪੱਲੇ ਦੇ ਵਿੱਚ ਇੱਕ ਗੁੜ ਦੀ ਡਲੀ ਨਹੀਂ, ਤੇਰੇ ਪੱਲੇ ਦੇ ਵਿੱਚ ਉਹ ਗੁਰੂ ਨਾਨਕ ਸਾਹਿਬ ਦਾ ਪਿਆਰ ਭਰਿਆ ਪਿਆ ਜਿਸ ਪਿਆਰ ਨੇ ਅੱਜ ਤੇਰੇ ਇਸ ਨਗਰ ਦਾ ਭਲਾ ਕਰ ਛੱਡਿਆ। ਤੇ ਤੇਰੇ ਪੱਲੇ ਦੇ ਵਿੱਚ ਇਹ ਸਿਰਫ ਦੀ ਗੁੜ ਦੀ ਡਲੀ ਨਹੀਂ, ਇਹਦੇ ਵਿੱਚ ਉਹ ਗੁਰੂ ਨਾਨਕ ਦੀਆਂ ਰਹਿਮਤਾਂ ਨੇ, ਬਖਸ਼ਿਸ਼ਾਂ ਨੇ। ਭਾਵੇਂ ਤੇਰੇ ਪੱਲੇ ਵਿੱਚ ਗੁੜ ਦੀ ਡਲੀ ਹੈ, ਪਰ ਜਿੰਨਾ ਰਿਜ਼ਕ ਅੱਜ ਤੇਰੇ ਕੋਲ ਹੈ ਇਸ ਦੇਸ਼ਾਂ ਦਸ਼ਾਂਤਰਾਂ ਵਿੱਚ ਕਿਸੇ ਰਾਜੇ ਮਹਾਰਾਜੇ ਕੋਲ ਨਹੀਂ। ਸਾਹਿਬ ਨੇ ਘੁੱਟ ਕੇ ਸੀਨੇ ਨਾਲ ਲਾਇਆ। ਮਾਂ ਨੇ ਜਿਹੜੀ ਦਾਤ ਮੰਗਣੀ ਸੀ ਉਹ ਮੰਗ ਲਈ। ਸਾਹਿਬਾ ਆਪਣੇ ਨਾਮ ਨਾਲ ਜੋੜ ਰੱਖੀ, ਆਪਣੇ ਪ੍ਰੇਮ ਦੀ ਦਾਤ ਤੇ ਪੱਲੇ ਉੱਪਰ ਬੜੀਆਂ ਰਹਿਮਤਾਂ ਕੀਤੀਆਂ, ਬੜੀਆਂ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ। ਤੇ ਮਾਂ ਨੂੰ ਜਾਣ ਲੱਗੇ, ਕਹਿੰਦੇ ਸੱਚ ਦੱਸੀ ਇਹ ਪੱਲਾ ਨਾਮ ਕਿਉਂ ਰੱਖਿਆ? ਕਹਿੰਦੇ ਸਵਾਮੀ ਜੀ ਮੈਨੂੰ ਪਤਾ ਸੀ ਆਉਣ ਵਾਲੇ ਸਮੇਂ ਦੇ ਹਾਲਾਤਾਂ ਵਿੱਚ ਸਮਾਜ ਨੇ ਮੇਰੇ ਖਿਲਾਫ ਬਣਨਾ ਆ, ਮੈਂ ਆਪਣੇ ਪੁੱਤਰ ਦਾ ਨਾਮ ਹੀ ਤਾਂ ਪੱਲਾ ਰੱਖਿਆ ਸੀ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੱਲੇ ਜੋਗਾ ਰਹਿ ਜਾਏਗਾ। ਸਾਹਿਬ ਜੀ ਕਹਿੰਦੇ ਜੇ ਬੀਬਾ ਤੂੰ ਇਹ ਭਾਵਨਾ ਰੱਖੀ ਹੈ ਨਾ, ਲੈ ਅੱਜ ਤੋਂ ਬਾਅਦ ਤੇਰਾ ਪੁੱਤਰ ਮੇਰੇ ਪੱਲੇ ਜੋਗਾ ਹੀ, ਮੈਂ ਇਹਦੇ ਪੱਲੇ ਜੋਗਾ ਹੀ। ਸਾਹਿਬ ਨੇ ਬਖਸ਼ਿਸ਼ ਕੀਤੀ, ਰਹਿਮਤ ਵਰਤਾਈ, ਕਲਾ ਵਰਤਾਈ। ਸਿਰਫ ਸਾਡੇ ਕੋਲ ਮੀਰੀ ਪੀਰੀ ਦੀ ਤਾਕਤ ਨਹੀਂ, ਸਾਡੇ ਕੋਲ ਤਖਤ ਬਣਾਉਣ ਦੀ ਤਾਕਤ ਨਹੀਂ, ਅਸੀਂ ਇਕੱਲੇ ਬਾਜਾਂ ਸਾਜਾਂ ਵਾਲੇ ਨਹੀਂ। ਸਾਡੇ ਹਿਰਦੇ ਵਿੱਚ ਇਹਨਾਂ ਚੀਜ਼ਾਂ ਨਾਲੋਂ
ਲੱਖਾਂ ਕਰੋੜਾਂ ਗੁਣਾ ਵੱਧ ਪ੍ਰੇਮ ਭਰਿਆ ਪਿਆ ਹੈ। ਤੇ ਜੇ ਇਹ ਪ੍ਰੇਮ ਅਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਰੱਖਾਂਗੇ, ਸੱਚ ਹੈ ਸਾਡੇ ਵਰਗਾ ਦੁਨੀਆ ਉੱਪਰ ਬਾਦਸ਼ਾਹ ਕੋਈ ਨਹੀਂ ਹੋਏਗਾ। ਸਤਿਗੁਰੂ ਕਲਾ ਵਰਤਾਉਣ, ਰਹਿਮਤਾਂ ਕਰਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ। ਸਤਿਗੁਰੂ ਸਭਨਾਂ ਨੂੰ ਆਪਣੇ ਪੱਲੇ ਨਾਲ ਲਾ ਲਿਆ। ਅਸ ਜਿਵੇਂ ਭਾਈ ਰੂਪੇ ਦਾ ਜਲ ਪ੍ਰਵਾਨ ਕਰ ਲਿਆ, ਸਾਡਾ ਜਲ ਪ੍ਰਵਾਨ ਕਰ ਲਿਆ। ਸਤਿਗੁਰੂ ਤਰਸ ਕਰਨ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟਾਨ ਸ਼ੁਕਰ। ਮੈਂ ਕੀ ਕਹਾਂ ਸਾਹਿਬ ਬਾਰੇ, ਮੇਰੇ ਵਰਗੇ ਕਿਰਤ ਘਣਾ ਨੂੰ ਵੀ ਪਾਲੀ ਜਾਂਦਾ ਹੈ, ਮੇਰੇ ਵਰਗੇ ਕਿਰਤ ਘਣਾ ਤੇ ਵੀ ਬਖਸ਼ਿਸ਼ਾਂ ਕਰਦਾ। ਸਤਿਗੁਰਾਂ ਦਾ ਤਰਸ ਹੈ। ਆਪ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਤੁਸੀਂ ਪਿਆਰ ਬਖਸ਼ਿਆ, ਅਸੀਸਾਂ ਦਿੱਤੀਆਂ ਨੇ। ਮੈਂ ਪਹਿਲਾਂ ਕਿਹਾ ਸੀ ਤੁਸੀਂ ਅਸੀਸਾਂ ਦਿਆ ਜੇ, ਮੈਂ ਦਿਲੋਂ ਕਹਿਣਾ ਤੁਸੀਂ ਦਿੱਤੀਆਂ ਨੇ ਤੇ ਕਥਾ ਹੋਈ ਹੈ। ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ, ਤੁਸੀਂ ਸਮਾਂ ਦਿੱਤਾ। ਤੁਹਾਡੇ ਗ੍ਰੰਥੀ ਜੀ ਬੜੇ ਚੰਗੇ ਨੇ, ਭਾਈ ਮਨਪ੍ਰੀਤ ਸਿੰਘ ਜੀ। ਮੈਂ ਕਦੇ ਕਿਸੇ ਦੀ ਵਡਿਆਈ ਵਿੱਚ ਕੋਈ ਲਫ਼ਜ਼ ਨਹੀਂ ਬੋਲਦਾ, ਪਰ ਮੈਂ ਦਿਲੋਂ ਕਹਿਣਾ ਜਿਹੜੇ ਬੰਦੇ ਇਵੇਂ ਦੀ ਸੋਚ ਰੱਖਦੇ ਨੇ, ਮੇਰਾ ਬਾਬਾ ਨਾਨਕ ਉਹਨਾਂ ਨੂੰ ਜ਼ਰੂਰ ਖੁਸ਼ੀਆਂ ਦੇਗਾ। ਸਤਿਗੁਰੂ ਕਿਰਪਾ ਕਰਨ। ਫਿਰ ਕਦੇ ਸਮਾਂ ਬਣਿਆ ਆਪ ਸੰਗਤਾਂ ਦੇ ਦਰਸ਼ਨ ਕਰਾਂਗੇ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।